ਬੀ ਸੋਸ਼ਲ ਦੇ ਬੇहद ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਪਵਨਦੀਪ। ਪਵਨਦੀਪ ਹੋਰਾਂ ਦਾ ਜਨਮ ਪਿੰਡ ਸਲਾਣਾ ਦੇ ਇੱਕ ਸਧਾਰਨ ਪਰਿਵਾਰ 'ਚ ਹੋਇਆ। ਪਿੰਡ ਵਾਲੇ ਪਵਨਦੀਪ ਨੂੰ ਇਹਨਾਂ ਦੇ ਬਚਪਨ ਤੋਂ ਹੀ ਸੁਣਦੇ ਆ ਰਹੇ ਨੇ। ਭਾਵੇਂ ਉਹਨਾਂ ਨੂੰ ਦੁਨੀਆ ਭਰ 'ਚ ਪਵਨਦੀਪ ਖੰਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਆਪਣੇ ਪਿੰਡ ਵਾਲਿਆਂ ਲਈ ਉਹ ਹਮੇਸ਼ਾ ਪਵਨਦੀਪ ਸਲਾਣਾ ਰਹੇ। ਸੰਗੀਤ ਦੀ ਤਾਲੀਮ ਉਹਨਾਂ ਨੂੰ ਪੰਡਿਤ ਨਰਪਤ ਰਾਏ ਵਸ਼ਿਸ਼ਟ ਕੋਲੋਂ ਮਿਲੀ। ਉਹਨਾਂ ਦੇ ਅਜ਼ੀਜ਼ ਦੱਸਦੇ ਨੇ ਕਿ ਪਵਨਦੀਪ ਜਿੰਨਾ ਵੱਡਾ ਗਾਇਕ ਹੈ, ਉਸ ਨਾਲੋਂ ਕਿਤੇ ਵੱਡਾ ਗੀਤਕਾਰ ਹੈ। ਉਹਨਾਂ ਦੇ ਲਿਖੇ ਅਤੇ ਗਾਏ ਗੀਤ ਕੀ ਕਰਦੀ ਸੀ ਮੇਰੀ ਮਾਂ, ਬੜੀ ਦੂਰ ਤੱਕ ਪਿੱਛਾ ਕਰਦੀ ਮਾਂ ਦੀ ਲੋਰੀ, ਖਾਕੀ ਜੀਪ ਦਾ ਜ਼ਿਕਰ ਅੱਜ ਵੀ ਹੁੰਦਾ ਹੈ। ਭਾਵੇਂ ਪ੍ਰੋਫੈਸ਼ਨਲੀ ਉਹਨਾਂ ਨੇ 86-87 'ਚ ਗਾਉਣਾ ਸ਼ੁਰੂ ਕੀਤਾ, ਪਰ ਬਤੌਰ ਗਾਇਕ ਉਹਨਾਂ ਦਾ ਸਫ਼ਰ ਪਿਛਲੇ 5 ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਉਸ ਵੇਲੇ ਦੀਆਂ ਸਾਹਿਤਕ ਮਹਿਫਿਲਾਂ ਉਹਨਾਂ ਦੀ ਹਾਜ਼ਰੀ ਤੋਂ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਸਨ। ਸਾਲ 2000 'ਚ ਸਿੰਗਾਪੁਰ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਦੇਸ਼ਾਂ ਵਿਦੇਸ਼ਾਂ ਦੇ 60 ਕਲਾਕਾਰਾਂ ਨੇ ਭਾਗ ਲਿਆ ਅਤੇ ਭਾਰਤ 'ਚੋਂ ਸਿਰਫ ਪਵਨਦੀਪ ਨੂੰ ਇਹ ਮਾਣ ਦਿੱਤਾ ਗਿਆ ਸੀ। 1995 'ਚ ਪੰਜਾਬੀ ਅਕੈਡਮੀ ਵੱਲੋਂ ਪਵਨਦੀਪ ਨੂੰ ਸਨਮਾਨਿਤ ਕੀਤਾ ਗਿਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਗੁਰਦੀਪ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਹੈ ਜੀ, ਕਿਰਪਾ ਦਇਆ ਹੈ। ਮੈਂ ਤੁਹਾਨੂੰ ਕੀ ਕਹਿ ਕੇ ਬੁਲਾਵਾਂ? ਦੀਪ ਸਲਾਣੇ ਵਾਲਾ, ਪਵਨਦੀਪ ਖੰਨਾ ਜਾਂ ਪਵਨ ਕੁਮਾਰ ਸ਼ਰਮਾ? ਨਹੀਂ, ਕੁਮਾਰ ਸ਼ਰਮਾ ਕਹਿ ਦੂੰ ਤਾਂ ਕੋਈ ਗੱਲ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਇਕੱਲਾ ਪਵਨ ਤੇ ਵੀ ਜ਼ਿਆਦਾ ਵਧੀਆ ਰਹਿੰਦਾ। ਸਾਂਝਾ ਜਿਹਾ ਗੱਭੇ 'ਚ ਖੜ੍ਹਦਾ। ਇਹ ਦੀਪ ਸਲਾਣੇ ਤੋਂ ਪਵਨਦੀਪ ਤੁਸੀਂ ਕਦੋਂ ਹੋਏ ਸੀਗੇ? ਉਦੋਂ ਜਦੋਂ ਦੀਪ ਸਲਾਣਾ ਸੀ, ਮੈਂ ਸਲਾਣੇ ਦਾ, ਮੇਰਾ ਪਿੰਡ ਸਲਾਣਾ ਹੈ। ਹਾਂਜੀ, ਮੈਂ ਸਲਾਣਾ ਰਹਿੰਦਾ ਸੀ। ਉੱਥੋਂ ਕੁਛ ਲੋਕਾਂ ਨੇ ਜਦੋਂ ਉਦੋਂ ਰਿਕਾਰਡਿੰਗ ਕਰੀਆਂ, ਉਦੋਂ ਸਲਾਣੇ ਦੇ ਨਾਂ 'ਤੇ ਹੁੰਦੀਆਂ ਸੀ। ਇਹ ਖੰਨੇ ਆ ਕੇ ਵੀ ਉਹਨਾਂ ਦਾ ਦਖਲ ਰਿਹਾ, ਉਦੋਂ ਵੀ ਸਲਾਣਾ ਰਿਹਾ। ਸਲਾਣਾ ਤਾਂ ਰਿਹਾ ਹੀ ਹੈ, ਖੈਰ ਆਪਣਾ ਪਿੰਡ ਹੈ, ਆਪਣਾ ਨਗਰ ਹੈ। ਪਰ ਹੌਲੀ ਹੌਲੀ ਮੈਂ ਕਿ ਸ਼ਹਿਰ 'ਚ ਰਹਿਣ ਲੱਗ ਗਿਆ। ਚੰਗੇ ਲੋਕਾਂ ਨੂੰ, ਮਤਲਬ ਸਾਹਿਤਕਾਰ ਲੋਕਾਂ ਨੂੰ, ਜਾਂ ਸੰਗੀਤ ਦੇ ਲੋਕਾਂ ਨੂੰ, ਜਾਂ ਥੀਏਟਰ ਦੇ ਲੋਕਾਂ ਨੂੰ, ਇੱਦਾਂ ਦੇ ਲੇਖਕਾਂ ਦੇ ਵਿੱਚ ਆ ਗਿਆ। ਹੌਲੀ ਹੌਲੀ ਨਾਮ ਸੁੰਗੜਦਾ ਇਕੱਲਾ ਪਵਨਦੀਪ ਰਹਿ ਗਿਆ। ਬਾਕੀ ਤਾਂ ਫਿਰ ਹੈ ਹੀ ਜੋ ਹੈ। ਇੰਨੇ ਐਡਰੈਸ ਦੇਣੇ ਜ਼ਰੂਰੀ ਵੀ ਨਹੀਂ ਹੈ। ਪਵਨਦੀਪ ਇਹ ਕਾਫੀ ਹੈ, ਠੀਕ ਹੈ ਨਾ। ਜਦੋਂ ਤੁਸੀਂ ਸਕੂਲ ਪੜ੍ਹਦਿਆਂ ਨੇ ਪਹਿਲੀ ਵਾਰ ਤੀਜੀ ਚੌਥੀ ਦੇ ਵਿੱਚ ਗਾਇਆ ਸੀ ਮੁਹੱਬਤ ਜ਼ਿੰਦਾਬਾਦ ਨਾਂ ਦਾ ਕੋਈ ਗੀਤ? ਪਹਿਲੀ ਕਲਾਸ 'ਚ ਦਾਖਲ ਤੋਂ ਹੋਇਆ ਸੀ ਮੈਂ, ਸੱਚ। ਅੱਛਾ ਜੀ। ਗੁੱਡ। ਹਾਂ, ਮੈਂ ਆਪਣੇ ਚਾਚਾ ਜੀ ਦੇ ਮੁੰਡੇ, ਮੈਂ ਛੋਟਾ ਸੀਗਾ, ਮੈਂ ਤੋਤਲਾ ਬੋਲਦਾ ਸੀ, ਖੇਡਦਾ ਸੀ ਮੈਂ, ਲੇਕਿਨ ਮੇਰਾ ਜਨਮ ਬੰਗਾਲ ਦਾ ਹੈ। ਅੱਛਾ ਜੀ। ਉੱਥੋਂ ਫਿਲਮਾਂ ਦੇਖਦੇ ਮੂੰਹ ਬੋਲ ਹਿੰਦੀ ਗਾਣੇ ਚੜ੍ਹੇ ਸੀਗੇ। ਉਹ ਮੈਂ ਕਿਤੇ ਉੱਥੇ ਉਹ ਮੁੰਡੇ ਨਾਲ ਜਾ ਰਿਹਾ ਸੀ ਸਕੂਲ 'ਚ, ਉੱਥੇ ਮਾਸਟਰਾਂ ਨੇ ਮਜ਼ਾਕ 'ਚ ਮੈਨੂੰ ਗਾਉਣ ਲਾਤਾ। ਮੈਂ ਉਹ ਗਾਣਾ ਸੁਣਿਆ, ਉਹ ਖੁਸ਼ ਜਿਹੇ ਹੋ ਗਏ। ਚਲੋ ਉਹਨਾਂ ਨੇ ਫਿਰ ਮੈਨੂੰ ਦਾਖਲ ਕਰ ਲਿਆ। ਮੇਰੇ ਘਰਦਿਆਂ ਨੂੰ 3-4 ਦਿਨ ਬਾਅਦ ਪਤਾ ਲੱਗਿਆ ਮੈਂ ਸਕੂਲ ਦਾਖਲ ਹੋ ਗਿਆ। ਅੱਛਾ। ਹਾਂ, ਕਹਿੰਦੇ ਉਹ ਗੀਤ ਤੋਂ ਬਾਅਦ ਸਕੂਲ ਤੁਹਾਡਾ ਨਾਂ ਵੀ ਮੁਹੱਬਤ ਜ਼ਿੰਦਾਬਾਦ ਹੀ ਪੈ ਗਿਆ ਉਹ ਸੀ। ਖਿਜਾਉਣ ਲੱਗ ਗਏ ਲੋਕ ਮੈਨੂੰ, ਬੱਚੇ ਖਿਜਾਉਣ ਲੱਗੇ। ਮੈਂ ਸੱਚੀ ਖਿਜਣ ਵੀ ਲੱਗ ਗਿਆ। ਮੈਨੂੰ ਪਤਾ ਹੀ ਨਹੀਂ ਲੱਗਾ ਵੀ ਖਿਜਦਾ ਕਿਉਂ ਮੈਂ। ਪਰ ਮੈਂ ਫਿਰ 8ਵੀਂ ਤੱਕ ਨਹੀਂ ਗਾਇਆ ਸਰੇਆਮ। ਫਿਰ ਮੈਂ 8ਵੀਂ ਕਲਾਸ 'ਚ ਗਾਇਆ ਸੀ। ਮੈਂ ਵਾਰ ਕੇ ਪਤਾਸੇ ਤੈਨੂੰ ਜੰਗ ਨੂੰ ਮੈਂ ਤੋਰਾਂ, ਅੱਗੇ ਭੁੱਲ ਗਿਆ ਮੈਂ। ਉਹ ਉਦੋਂ ਚੀਨ ਦਾ ਕੁਛ ਹੋਇਆ ਸੀ ਸ਼ਾਇਦ, ਉਹਦੀ ਗੱਲ ਹੈ। ਪਰ ਤੁਹਾਡੇ ਜਿਹੜੇ ਉਸ ਤੋਂ ਬਾਅਦ ਦੇ ਦੋਸਤ ਬਣੇ, ਕਾਲਜ ਤੋਂ ਬਾਅਦ ਦੇ ਬਣੇ, ਜਾਂ ਇਸ ਇੰਡਸਟਰੀ ਦੇ ਵਿੱਚ ਆ ਕੇ ਜਿਹੜੇ ਤੁਹਾਡੇ ਕੁਝ ਦੋਸਤ ਸੀਗੇ, ਉਹ ਫਿਰ ਤੁਹਾਨੂੰ ਖੰਨੇ ਵਾਲੀ ਵਰਕਸ਼ਾਪ ਵੀ ਕਹਿੰਦੇ ਸੀਗੇ? ਕਿਉਂਕਿ ਜਦੋਂ ਕੋਈ ਗਾਣਾ ਕਿਸੇ ਤੋਂ ਲੋਟ ਨਹੀਂ ਸੀ ਆਉਂਦਾ, ਕਹਿੰਦੇ ਹੁੰਦੇ ਸੀ ਹੁਣ ਫਾਈਨਲੀ ਉੱਥੇ ਭੇਜਣਾ ਪੈਣਾ। ਹਾਂ, ਉਹ ਕਈ ਵਾਰ ਤਾਂ ਲੋਟ ਤਾਂ ਇਹ ਆ ਕਿ ਕਈ ਬੰਦੇ ਬਹਿਰ 'ਚ ਗਲਤੀ ਕਰ ਲੈਂਦੇ ਨੇ, ਕਈ ਬੰਦੇ ਖਿਆਲ ਉਡਾਰੀ 'ਚ ਕਰ ਜਾਂਦੇ ਨੇ। ਕੋਈ ਪਰ ਇੱਦਾਂ ਹੀ ਕੁਛ ਬੰਦੇ ਸ਼ਰਾਰਤੀ ਹੁੰਦੇ ਨੇ, ਉਹ ਜਾਣ ਕੇ ਗਾਣਾ ਭੇਜਦੇ ਨੇ। ਕੋਈ ਉੱਥੇ ਜਾਊਂਗਾ ਤਾਂ ਮੈਂ ਕੁਛ ਹੋਰ ਬਣਾ ਦੇਣਾ। ਬਣਾਇਆ ਵੀ ਮੈਂ ਅੱਗੇ, ਤੁਸੀਂ ਕਮਲ ਨੀਲੋਂ ਦੇ ਗਾਣਾ ਕਰਿਆ ਸੀ ਮੈਂ, ਅਤੇ ਇਹ ਸ਼ਾਇਦ ਨਾਂ ਵੀ ਉਹ ਨਹੀਂ ਰੱਖਿਆ ਸੀ। ਖੰਨੇ ਦੀ ਵਰਕਸ਼ਾਪ ਉੱਥੇ ਸ਼ੁਰੂ ਹੋਇਆ ਨਾ, ਬਲਵਿੰਦਰ ਗਿੱਲ ਅਤੇ ਕਮਲ ਜੀ ਦੀ ਦੇਣ ਹੈ ਇਹ। ਅੱਛਾ ਜੀ। ਖੰਨੇ ਵਾਲੀ ਵਰਕਸ਼ਾਪ। ਬਾਕੀ ਫਿਰ ਸਾਰੀ ਕਹਿਣ ਲੱਗ ਗਏ ਹਾਸੇ ਮਜ਼ਾਕ 'ਚ। ਚਲੋ ਮੈਨੂੰ ਵੀ ਮਜ਼ਾਕ ਹੀ ਸੀ। ਹਾਂਜੀ। ਤੁਹਾਨੂੰ ਕਿੰਨੇ ਸਾਲ ਹੋ ਗਏ? ਜਿਵੇਂ ਤੁਸੀਂ ਕਿਹਾ ਕਿ ਪਹਿਲੀ ਤੋਂ ਤੁਸੀਂ ਗਾਉਂਦੇ ਆ ਰਹੇ ਹੋ, ਕਿੰਨੇ ਸਾਲ ਹੋ ਗਏ? ਲੱਗਦਾ 5 ਦਹਾਕੇ ਤੋਂ ਹੋ ਗਏ ਹੋਣੇ ਆ। ਮੈਂ ਵੀ ਉਹ ਤਾਂ ਸੁੱਤੇ ਗਾਉਂਦੇ ਸੀ, ਕੀ ਪਤਾ ਕਿੱਦਾਂ, ਉਹ ਤਾਂ ਅੰਦਰੋਂ ਗਾਉਂਦੇ ਸੀ। ਪਿੰਡ ਰਹਿੰਦਾ ਮੈਂ, ਦੂਰ ਦੇ ਖਾੜਿਆਂ 'ਚ ਜਾਣਾ। ਇੱਥੇ ਦਦਾਰ ਸੰਧੂ ਲੱਗਣਾ, ਇੱਥੇ ਮਾਣਕ ਲੱਗਣਾ, ਸਦੀਕ ਲੱਗਣਾ। ਉਦੋਂ ਮੈਂ ਗਾਉਣ ਲੱਗ ਜਾਣਾ ਅਤੇ ਉਹਨੂੰ ਸਾਰੇ ਪਿੰਡਾਂ 'ਚ ਵੀ ਮੇਰਾ ਨਾਂ ਹੋ ਗਿਆ ਸੀ ਵੀ ਉਹ ਮੁੰਡਾ ਆਊਗਾ।
ਤੋ ਉਦੋਂ ਜਾਣੀ ਮੈਂ ਪੂਰਾ ਕੌਨਫੀਡੈਂਸ ਵਾਲਾ ਗਾਇਕ ਸੀ। ਮੈਂ ਕਹਿੰਦਾ ਬਾਕੀ ਗੱਲਾਂ ਤਾਂ ਸੁਣਾਉਣ ਲਈ ਕਾਫੀ ਨੇ, ਪਰ ਇਹ ਉਦੋਂ ਕੌਨਫੀਡੈਂਸ ਜ਼ਿਆਦਾ ਸੀ ਕਿਉਂਕਿ ਸੰਗੀਤ ਦਾ ਹੀ ਸੀ ਪਤਾ। ਇਹ ਨਹੀਂ ਸੀ ਪਤਾ ਮੈਂ ਗਲਤ ਗਾ ਰਿਹਾ ਕਿ ਸਹੀ, ਮੈਂ ਜੋ ਗਾ ਰਿਹਾ ਉਹੀ ਸਹੀ ਹੈ। ਪਰ ਖੰਨੇ ਆ ਕੇ ਜੋ ਮੇਰੇ ਉਸਤਾਦ ਨੇ ਪੰਡਿਤ ਨਰਪ੍ਰੀਤ ਸਾਹਿਬ ਬ੍ਰਿਸ਼ਟ ਜੀ, ਅਤੇ ਉਹ ਘਰਾਣੇ ਦੇ ਗਾਇਕ ਹੁਣ ਤਾਂ ਵਿਚਾਰੇ ਈਸ਼ਵਰ ਨੂੰ ਪਿਆਰੇ ਹੋ ਗਏ। ਉਹਨਾਂ ਤੋਂ ਸਿੱਖਿਆ ਅਤੇ ਹੋਰ ਫਿਰ ਸਾਹਿਤਕ ਅਦਾਰੇ ਦੋਸਤੀ ਬਣੀ ਗਈ ਬਹੁਤ ਅੱਛੀ। ਹੌਲੀ ਹੌਲੀ ਜਾਣਾ ਆਉਣਾ, ਕਿਉਂਕਿ ਮੈਨੂੰ ਹੁੰਗਾਰਾ ਉੱਧਰੋਂ ਜ਼ਿਆਦਾ ਮਿਲਣ ਲੱਗ ਗਿਆ, ਮੈਂ ਉੱਧਰ ਜ਼ਿਆਦਾ ਜਾਣ ਲੱਗ ਗਿਆ, ਉਹਨਾਂ ਨੂੰ ਸੁਣਨ ਲੱਗ ਗਿਆ ਹੌਲੀ ਹੌਲੀ। ਫਿਰ ਮੈਨੂੰ ਪਤਾ ਲੱਗਿਆ ਵੀ ਮੈਨੂੰ ਸੰਗੀਤ ਨੂੰ ਸਿੱਖਦੇ ਸਿੱਖਦੇ ਪਤਾ ਲੱਗਿਆ ਕਿ ਇਹ ਖਾਮੀਆਂ ਨੇ, ਇੱਥੇ ਕਮੀ ਹੈ। ਪਰ ਉਹ ਸਿੱਖ ਕੇ ਮੈਂ ਇੰਨਾ ਕੁ ਜ਼ਿਆਦਾ ਨੁਕਸਾਨ ਵੀ ਹੋਇਆ। ਨੁਕਸਾਨ ਤਾਂ ਮਤਲਬ ਫਿਜ਼ੀਕਲੀ, ਮੈਂ ਪੈਸੇ ਦੇ ਤੌਰ 'ਤੇ ਹੋਇਆ, ਕਮਰਸ਼ਲੀ ਉਹ ਨਹੀਂ ਹੋਇਆ। ਅੱਛਾ, ਕਮਰਸ਼ੀਅਲ ਨੁਕਸਾਨ ਇਹ ਹੈ ਕਿ ਮੈਂ ਜਿਹੜੇ ਗੀਤਾਂ ਨੂੰ ਸਮਝਦਾ ਕੁਛ ਨਹੀਂ ਹੈ, ਲੇਕਿਨ ਉਹੀ ਸੁਪਰ ਡੁਪਰ ਨਿਕਲੇ। ਜਿੱਦਾਂ ਮਲਕੀ ਦਾ ਗਾਣਾ ਸੀ ਤੁਤਕ ਤੋਤੀਆਂ, ਮੈਂ ਕਿਹਾ ਕੀ ਹੈ ਗੀਤ, ਉਹ ਕਿਉਂਕਿ ਅੰਗਰੇਜ਼ੀ ਸੰਗੀਤ ਸੀ, ਲੇਕਿਨ ਦੇਖਿਆ ਮਾਰਕ ਤਾਂ ਸੁਪਰ ਡੁਪਰ ਗੀਤ ਹੈ। ਉਹ ਗੱਲ ਕਿਉਂ ਨਹੀਂ ਸਮਝ ਆਈ, ਲੋਕ ਕੰਨ ਰਸ ਦੇ ਨੇੜੇ ਸੀ। ਕਈ ਗੀਤ ਇੱਦਾਂ ਦੇ ਹਿੱਟ ਹੋਏ ਨੇ, ਕਿੰਨੇ ਗੀਤ ਨੇ ਜਿਹੜੇ ਮੈਂ ਬਾਅਦ 'ਚ ਦੇਖਿਆ ਕਿ ਨਹੀਂ ਉਹ ਬੰਦੇ ਠੀਕ ਨੇ, ਉਹਨਾਂ ਨੂੰ ਕੋਈ ਨਾ ਕੋਈ ਸਿਆਣਾ ਟੱਕਰਿਆ। ਮੈਨੂੰ ਨਹੀਂ ਪਤਾ ਕੀ ਹੈ, ਇਹ ਮੇਰੀ ਕਮੀ ਹੈ, ਹੋਣਾ ਚਾਹੀਦਾ ਸੀ। ਤੁਹਾਨੂੰ ਗਾਉਣ ਦੀ ਪ੍ਰੇਰਨਾ ਤੁਹਾਡੀ ਮਾਤਾ ਜੀ ਵਿਦਿਆਵਤੀ ਤੋਂ ਮਿਲੀ? ਵਿਦਿਆਵਤੀ ਮਾਤਾ ਜੀ ਨੇ ਮੈਨੂੰ, ਹਾਂ ਉਹ ਤਾਂ ਉਹ ਗਾਉਂਦੇ ਸੀਗੇ? ਨਹੀਂ, ਨਾ ਫਿਰ ਕਿਸ ਰੂਪ 'ਚ ਉਹਦਾ ਸਾਰੇ ਆਲਾ ਦੁਆਲਾ ਗਾਉਂਦਾ ਸੀ, ਉਹ ਆਪ ਨਹੀਂ ਸੀ ਗਾਉਂਦੇ। ਅੱਛਾ, ਫਿਰ ਹਾਂ, ਕਿਉਂਕਿ ਤੁਹਾਡੇ ਬਾਰੇ ਇਹ ਗੱਲਾਂ ਲਿਖੀਆਂ ਗਈਆਂ ਸੀ ਉਸ ਟਾਈਮ ਦੇ, ਕੁਛ ਆਰਟੀਕਲ ਮੈਂ ਪੜ੍ਹੇ ਨੇ ਕਿ ਪਵਨਦੀਪ ਹੋਰਾਂ ਨੂੰ ਗਾਉਣ ਦੀ ਜਿਹੜੀ ਪ੍ਰੇਰਨਾ ਉਹ ਮਾਤਾ ਵਿਦਿਆਵਤੀ ਜੀ ਤੋਂ ਮਿਲੀ। ਕਿਸ ਰੂਪ 'ਚ ਪ੍ਰੇਰਨਾ ਮਿਲੀ ਤੁਹਾਨੂੰ ਉਹਨਾਂ ਤੋਂ? ਦੇਖੋ ਉਹ ਘਰੇ ਧਰਮ ਕੀਰਤਨ ਭਜਨ ਵਗੈਰਾ ਕਰਦੇ ਸੀ, ਬੜੇ ਅੱਛੇ ਉਹ ਭਜਨ ਵਗੈਰਾ ਬੋਲਦੇ ਸੀਗੇ ਪਰਮਾਤਮਾ ਦੇ, ਈਸ਼ਵਰ ਨੂੰ ਜੋਤਬੱਤੀ ਕਰਨੀ। ਉਸ ਟਾਈਮ ਮੈਂ ਵੀ ਕੋਲ ਬੈਠਾ ਹੁੰਦਾ ਸੀ। ਉੱਥੋਂ ਕੋਈ ਕਿਤੇ ਉਹਨੂੰ ਕਿਤੇ ਕਿਉਂ ਮਿਲਦਾ, ਹੌਲੀ ਹੌਲੀ ਜਾ ਕੇ ਦੋਸਤ ਮਿੱਤਰ ਮਿਲ ਜਾਂਦੇ ਹੋ ਜੇ, ਫਿਰ ਬੱਲੇ ਬੱਲੇ ਜੀ ਹੋਣ ਲੱਗਦੀ ਜਾਂਦਾ, ਫਿਰ ਬੰਦਾ ਉਹ ਸਿੱਖ ਲੈਂਦਾ ਥੋੜ੍ਹਾ ਜਿਹਾ। ਫਰੈਂਡ ਸਰਕਲ ਵਧੀਆ ਮਿਲ ਗਿਆ, ਵਧੀਆ ਮਤਲਬ ਉਹ ਸਾਰੇ ਬੰਦੇ ਮੈਨੂੰ ਮਿਲਣ ਲੱਗ ਗਏ, ਮੈਨੂੰ ਉਹ ਜ਼ਿਆਦਾ ਵਧੀਆ ਹੋਇਆ। ਅਤੇ ਹੌਲੀ ਹੌਲੀ ਮੈਂ ਕਮਰਸ਼ੀਅਲ ਲੋਕਾਂ ਨੂੰ ਮੈਂ ਪਤਾ ਨਹੀਂ ਸਾਰੀ ਉਮਰ ਮੈਂ ਬੋਰਡ ਨਹੀਂ ਲਾ ਸਕਿਆ ਕਿਤੇ, ਵਿਆਹ ਸ਼ਾਦੀਆਂ ਲਈ ਮਿਲੋ ਸ਼ਾਇਦ ਇਹ ਵੀ ਕਮੀ ਹੋਏਗੀ, ਪਤਾ ਨਹੀਂ ਕਮਰਸ਼ੀਅਲ ਲੈਵਲ 'ਤੇ ਮੇਰੇ ਤੋਂ ਨਹੀਂ ਇੱਕ ਜਾ ਹੋਇਆ। ਵਿਆਹ ਸ਼ਾਦੀ ਮੈਂ ਜਾਂਦਾ ਪ੍ਰੋਗਰਾਮ ਕਰੇ ਨੇ, ਮੈਂ ਕਰਦਾ ਰਿਹਾ, ਮੈਨੂੰ ਵੀ ਲੋੜ ਹੈ ਪੈਸੇ ਦੀ ਜਿੰਨੀ ਕੁ ਹੈ, ਪਰ ਉਨੀ ਕੁ ਮੈਂ ਨਹੀਂ ਜਾ ਪਾਇਆ ਕਿਤੇ, ਨਾ ਮੈਂ ਬੋਰਡ ਲਾਇਆ, ਨਾ ਮੈਂ ਗਿਆ ਕਿਤੇ, ਨਾ ਬੁੱਕ ਹੋਇਆ, ਨਾ ਕਿਸੇ ਦੇ ਮੁਕਾਬਲੇ 'ਚ ਖੜ੍ਹਾ, ਨਾ ਕੋਈ ਮੇਰੇ ਮੁਕਾਬਲੇ 'ਚ। ਪਰ ਸਾਰੀ ਇਹ ਕਲਾਸ ਬੈਠ ਦੇ ਜਿੰਨੇ ਸਿੰਗਰ ਨੇ ਸਾਰੇ ਦੇ ਮੈਂ ਜਾਣਦਾ, ਉਹਨਾਂ ਸਾਰੇ ਮੇਰੇ ਕੋਲ ਆਉਂਦੇ ਜਾਂਦੇ ਨੇ। ਅੱਛਾ, ਸਭ ਜਾਣਦੇ ਨੇ। ਜਦੋਂ ਤੁਸੀਂ ਸਟੇਜਾਂ 'ਤੇ ਗਾਉਂਦੇ ਸੀ, ਜਦੋਂ ਤੁਹਾਨੂੰ ਸਾਰੇ ਜਾਣਦੇ ਸੀ, ਤਾਂ ਉਦੋਂ ਕੁਝ ਆਰਟੀਕਲਾਂ ਦੇ ਵਿੱਚ ਲਿਖਿਆ ਜਾਂਦਾ ਸੀਗਾ ਕਿ ਪਵਨਦੀਪ ਕੋਈ ਜਾਣਕਾਰੀ ਦੇ ਮੁਤਾਜ ਨਹੀਂ ਹੈਗੇ, ਪਰ ਅੱਜ ਸਾਨੂੰ ਤੁਹਾਡੇ ਬਾਰੇ ਦੱਸਣਾ ਪੈ ਰਿਹਾ। ਹਾਂ, ਉਹ ਤਾਂ ਫਿਰ ਉਦੋਂ ਨਹੀਂ ਸੀ ਮੁਹਤਾਜ, ਉਦੋਂ ਨਹੀਂ ਸੀ ਮੁਹਤਾਜ। ਉਦੋਂ ਮਤਲਬ ਬਿਨਾਂ ਕਿਤੇ ਗਾਏ ਵੀ ਅਖਬਾਰਾਂ 'ਚ ਆਪਣੇ ਆਪ ਆ ਜਾਂਦਾ ਸੀ, ਮੈਨੂੰ ਕਿਤੇ ਕਹਿਣ ਦੀ ਲੋੜ ਨਹੀਂ ਪੈਂਦੀ, ਮੇਰੇ ਆਰਟੀਕਲ ਲਓ ਇਹ ਉਹ। ਜੇ ਚੰਡੀਗੜ੍ਹ ਆਇਆ ਤਾਂ ਇੱਥੇ ਲੱਗ ਗਏ, ਜਲੰਧਰ ਗਿਆ ਤਾਂ ਉੱਥੇ ਲੱਗ ਗਏ, ਦੂਰਦਰਸ਼ਨ ਗਿਆ ਤਾਂ ਰਿਕਾਰਡਿੰਗ ਹੋ ਗਈ, ਮੈਨੂੰ ਕਿਸੇ ਨੇ ਪੁੱਛਿਆ, ਮੇਰੇ ਤੋਂ ਕਿਸੇ ਨੇ ਪੈਸੇ ਨਹੀਂ ਲਏ, ਜੇ ਕਿਸੇ ਨੇ ਪੈਸੇ ਲਏ ਨੇ ਤਾਂ ਉਹ ਤੋਂ ਪਰੇ ਹੀ ਰਿਹਾ, ਮੈਨੂੰ ਬਿਨਾਂ ਪੈਸੇ ਦੇ ਗਵਾਇਆ ਸਭ ਨੇ। ਤਾਂ ਉਦੋਂ ਜਾਣ ਕੇ ਹੁਣ ਤਾਂ ਮੁਹਤਾਜ ਹੈ ਕਿ ਕੁਛ ਹੌਲੀ ਹੌਲੀ ਜੀਵਨ ਜਿਹੜਾ ਨਾ ਇਹ ਪਤਾ ਨਹੀਂ ਕਿੱਦਾਂ ਚੱਲ ਜਾਂਦਾ, ਅੱਗੇ ਜਾ ਕੇ ਕੁਛ ਖੜੋਤ ਆਉਂਦੀ ਹੈ, ਕੁਛ ਚੀਜ਼ਾਂ ਐਸੀਆਂ ਹੋ ਜਾਂਦੀਆਂ ਨੇ ਜਿੱਥੇ ਤੁਸੀਂ ਹਟ ਜਾਂਦੇ। ਫਿਰ ਇੱਕ ਰਾਜਾ ਜਿਹਾ ਤਾਂ ਹੀ ਹੁੰਦਾ, ਪਰ ਇਹ ਕਿ ਫਿਰ ਉਹ ਜਿਹੜੇ ਆ 10-12 ਸਾਲ ਨੇ, ਇਹਦੇ ਜਿਹੜੇ ਬੱਚੇ ਪੈਦਾ ਹੋਏ ਨੇ ਮੁੰਡੇ 10-15 ਸਾਲ, ਇਹਨਾਂ ਨੂੰ ਤਾਂ ਫਿਰ ਦੱਸਣਾ ਹੀ ਪੈਣਾ ਨਾ, ਕਿਉਂਕਿ ਇਹਨਾਂ ਕੋਲ ਬਾਕੀ ਜਿੱਦਾਂ ਸੰਜੀਦਾ ਮੈਟਰ ਉਦੋਂ ਸਾਰੇ ਲੋਕ ਸੁਣਦੇ ਸੀਗੇ, ਹੁਣ ਕਿਸੇ ਕੋਲ ਟਾਈਮ ਹੀ ਨਹੀਂ ਸੁਣਦਾ ਹੈ। ਹੁਣ ਤਾਂ ਵਟਸਐਪ ਖੋਲ੍ਹਿਆ, ਟਿਕ ਰੋਜ਼ ਕਿੰਨੇ ਗੀਤ ਆਉਂਦੇ ਨੇ, ਕਿੰਨੇ ਗੀਤ ਆਏ ਗਏ। ਈਵਨ ਬੜੇ ਸਿੰਗਰਾਂ ਦੇ ਗੀਤ, ਉਹਨਾਂ ਦੀ ਗੀਤ ਨੂੰ ਖਤਮ ਕਰ ਦਿੰਦੇ ਜਾ ਕੇ। ਪਿਛਲਾ ਗੀਤ ਲੋਕ ਭੁੱਲਦੇ, ਨਵਾਂ ਯਾਦ, ਹੁਣ ਹੋਰ ਦਿਨ ਉਹ ਖਤਮ,
मतलब सदैवी है नहीं कुछ। ਕੀ ਸੁਣਾਓਗੇ ਅੱਜ ਸਭ ਤੋਂ ਪਹਿਲਾਂ ਇੰਟਰਵਿਊ 'ਚ? ਕੁਛ ਵੀ ਤੁਸੀਂ ਦੱਸੋ, ਕਿੱਧਰੋਂ ਸ਼ੁਰੂ ਕਰਾਂ ਮੈਂ, ਕਿੱਦਾਂ ਦਾ? ਤੁਹਾਨੂੰ ਜੋ ਚੰਗਾ ਲੱਗੇ, ਕਿਉਂਕਿ ਕੁਛ ਗੀਤ ਜਦੋਂ ਮੈਂ ਤੁਹਾਡੀ ਇੰਟਰਵਿਊ ਤਿਆਰ ਕਰ ਰਹੀ ਸੀ ਤਾਂ ਸਭ ਨੇ ਤੁਹਾਡੇ 3 ਗੀਤਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ। ਮਾਂ ਦੀ ਲੋਰੀ, ਕੀ ਕਰਦੀ ਸੀ ਮੇਰੀ ਮਾਂ ਤੇ ਖਾਕੀ ਜੀਪ। ਕਹਿੰਦੇ ਇਹ ਜ਼ਰੂਰ ਸੁਣਿਓ ਉਹਨਾਂ ਤੋਂ, ਤੇ ਬਾਕੀ ਜੋ ਤੁਹਾਡੀ ਇੱਛਾ। ਠੀਕ ਹੈ, ਮੈਂ ਇਹਨਾਂ 'ਚੋਂ ਇੱਕ ਚੀਜ਼ ਸੁਣਾਊਂਗਾ, ਪਰ ਮੈਂ ਪਹਿਲਾਂ ਹੋਰ ਸੁਣਾ ਦਾਂ ਥੋੜ੍ਹਾ ਜਿਹਾ। ਨਹੀਂ, ਪਹਿਲਾਂ ਸੁਣ, ਉਹੀ ਠੀਕ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੂ ਸਾਨੂੰ। ਮੇਰੇ ਹੱਸਦੀ ਦੇ ਨੈਣ ਪਰ ਆਏ, ਭੈਣ ਕਰ ਵੀਰ ਆ ਗਿਆ, ਵੀਰਾ ਵੇ ਸੁਣ ਅੰਮੜੀ ਜਾਇਆ, ਅੱਜ ਕਿਧਰੋਂ ਰਾਹ ਭੁੱਲ ਆਇਆ, ਰਾਤ ਤੱਕ ਥੱਕੀਆਂ ਅੱਖੀਆਂ, ਭੈਣਾਂ ਹੁੰਦੀਆਂ ਮੋਹ ਦੀਆਂ ਭੁੱਖੀਆਂ, ਹੁਣ ਤੇ ਸੁਪਨਾ ਹੋ ਕੇ ਰਹਿ ਗਈ, ਉਹ ਤੂੰ ਤਾਂ ਦੀ ਛਾਵੇ ਛਾਵੇ। ਦਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ। ਦਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ। ਮਾਂ ਦੀ ਨਿੱਘੀ ਛਾਵੇ ਵੀਰਾ, ਧੀ ਨੂੰ ਸਾਰੀ ਉਮਰ ਨਾ ਪੁੱਗਦੀ, ਕਲਮੀ ਬੂਟੇ ਵਾਂਗੂ ਧੀ ਤਾਂ ਕਿਧਰੋਂ ਕੱਟੀਏ ਕਿਧਰੇ ਉੱਗਦੀ। ਪੈਂਦਾ ਛੱਡਣਾ ਬਾਬੁਲ ਵੇੜਾ, ਮਾਂ ਦੀ ਗਲੀਆਂ ਨਗਰ ਖੇੜਾ, ਕੇਰਾ ਉਖੜ ਕੇ ਜੋ ਵਸਦੀ, ਉਸ ਦਾ ਧੀ ਹੈ ਨਾਵੇ ਨਾਵੇ। ਦਸ ਵੀਰ ਨਾ ਵੇ ਜਦ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ, ਕੀ ਕਰਦੀ ਸੀ ਮੇਰੀ ਮਾਂ ਵੇ। ਇਹ ਗੀਤ ਜਿੰਨਾ ਸਾਦਾ ਹੈ ਉਨਾ ਹੀ ਇਸ ਗੀਤ ਨੇ ਮੈਨੂੰ ਮੇਰਾ ਖਿਆਲ ਇੰਨੇ ਮੁਲਕ ਦਿਖਾਤੇ। ਇੱਕ ਵਾਰ ਦਿੱਲੀ ਪੰਜਾਬੀ ਅਕੈਡਮੀ ਦਾ ਪ੍ਰੋਗਰਾਮ ਸੀ, ਉਦੋਂ ਸਾਜੀ ਪਹੁੰਚੇ ਨਹੀਂ ਸੀਗੇ। ਸੁਰਿੰਦਰ ਕੌਰ ਜੀ ਬੈਠੇ ਸੀ, ਮੈਂ ਬੈਠਾ ਸੀ। ਮੇਰੇ ਕੋਲ ਹੁੰਦਾ ਇੱਕ ਛੋਟਾ ਸਾ ਜਿਵੇਂ ਅੱਗੇ ਛੋਟਾ ਕੀਬੋਰਡ ਜਿਹਾ ਹੁੰਦਾ ਹੱਥ 'ਚ ਬਣਨਾ, ਉਹ ਪਿਆ ਸੀ। ਮੈਂ ਉਹ ਕੱਢ ਲਿਆ, ਮੈਂ ਉਹ ਘੁੰਗਰਾਂ ਨੂੰ ਉਤਾਰਤੇ। ਫਿਰ ਇੱਕ ਗੀਤ ਉਹਨਾਂ ਨੇ ਗਾਇਆ, ਇੱਕ ਮੈਂ ਗਿਆ। ਜਦ ਇਹਨੂੰ ਸਾਜੀ ਆ ਕਿਤੇ ਰਸਤੇ ਹੋਣੇ ਆ, ਰੇਡੀਓ 'ਤੇ ਪਤਾ ਟੀ ਵੀ ਦੇ ਸੀਗਾ, ਕਿਤੇ ਰਸਤੇ ਭੀੜ 'ਚ ਹੋਣੇ, ਨਹੀਂ ਪਹੁੰਚੇ, ਹੌਲੀ ਹੌਲੀ ਪਹੁੰਚ ਗਏ। ਉਹਨਾਂ ਨੇ ਗਾਇਆ, ਤਾਰ ਤੋਂ ਬਿਨਾਂ ਤੁੰਬਾ ਵੱਜਦਾ ਹੀ ਨਾ। ਅਤੇ ਮੈਂ ਫਿਰ ਇਹ ਗੀਤ ਗਾਇਆ। ਇਸ ਗੀਤ ਦੀ ਬਦੌਲਤ ਮੈਨੂੰ ਪੰਜਾਬੀ ਅਕੈਡਮੀ ਨੇ ਪਤਾ ਨਹੀਂ ਕਿਹੜਾ ਸਨਮਾਨਿਤ ਕਰਿਆ। ਫਿਰ ਉਹ ਲੇਡੀ ਸੁਰਿੰਦਰ ਕੌਰ ਮਾਤਾ ਨੂੰ, ਮੈਂ ਮੇਰਾ ਮਾਂ ਪੁੱਤ ਬਾਰੇ ਰਿਸ਼ਤਾ ਸੀ ਉਹਨਾਂ ਨਾਲ ਇੱਕ ਦਿਨ ਦਾ। ਮੇਰੇ ਕਹੇ 'ਤੇ ਇੱਕ ਸੱਦੇ 'ਤੇ ਪੰਜਾਬ 'ਚ ਪ੍ਰੋਗਰਾਮ ਕਰਨ ਆ ਜਾਂਦੇ ਸੀ ਉਹ। ਅੱਛਾ ਜੀ। ਹਾਂ, ਜੇ ਕਦੇ ਇੱਕ ਵਾਰ ਖੰਨੇ ਪ੍ਰੋਗਰਾਮ ਸੀ, ਮੌਕੇ 'ਤੇ ਬਿਮਾਰ ਸੀ, ਜਵਾਬ ਦੇ ਦਿੱਤਾ। ਫਿਰ ਉਹ ਮੇਰੇ ਕੋਲ ਆਏ, ਮੈਂ ਕਿਹਾ ਚਲੋ ਗੱਡੀ ਲਿਆਓ, ਆਪਾਂ ਜਾ ਕੇ ਦੇਖਦੇ ਹਾਂ ਕੀ ਆ। ਉਹ ਅੰਦਰ ਗਏ, ਡੋਲੀ ਨੇ ਛੱਤ ਰੱਖੀ, ਜਿਹੋ ਜਿਹੀ ਮੰਮੀ ਨੂੰ ਭੇਜ ਰਹੇ ਉਹੋ ਜਿਹੀ ਵਾਪਸ ਲਿਆ ਦਿਓ। ਅੱਛਾ, ਠੀਕ ਹੈ, ਓਕੇ। ਫਿਰ ਬੱਸ ਸਟੈਂਡ ਤੋਂ ਲੈ ਕੇ ਉੱਥੇ ਤੱਕ ਸਾਰੇ ਸਕੂਲਾਂ ਦੇ ਗਰੁੱਪ ਹੀ ਭੰਗੜੇ ਪੈਂਦੇ ਗਏ। ਸਟੇਜ 'ਤੇ ਬੋਲੀ ਕਹਿੰਦੀ ਮੈਨੂੰ ਪਵਨਦੀਪ ਕਿਡਨੈਪ ਕਰਕੇ ਲੈ ਆਇਆ ਇੱਕ ਤਰ੍ਹਾਂ। ਪਰ ਉਹ ਮਾਤਾ ਦੀ ਗੱਲਾਂ ਲੱਗੇ ਰਹਿ ਗਈਆਂ ਬਸ। ਇਹ ਗੀਤ ਤੁਹਾਨੂੰ ਸੁਰਿੰਦਰ ਸ਼ਰਮਾ ਹੋਰਾਂ ਨੇ ਸਮਰਾਲੇ ਦੀ ਕਿਸੇ ਨਾਟਕ ਅਕੈਡਮੀ ਦੇ ਵਿੱਚ ਗਾਉਂਦੇ ਹੋਏ ਸੁਣਿਆ ਸੀਗਾ, ਉੱਥੋਂ ਫਿਰ ਉਹ ਤੁਹਾਨੂੰ ਜਲੰਧਰ ਦੂਰਦਰਸ਼ਨ ਲੈ ਕੇ ਗਏ ਸੀਗੇ? ਹਾਂ, ਉਹਨਾਂ ਨੇ ਉੱਥੇ ਸੁਣਿਆ ਸੀ ਮੈਨੂੰ। ਅੱਛਾ ਜੀ। ਉਹਨਾਂ ਨੇ ਇੱਕ ਮੇਰਾ ਦੋਸਤ ਹੈ ਮਨਜੀਤ ਰਾਏ, ਜਿਹਦਾ ਬੇਟਾ ਬੱਬਰ ਹੈ, ਉਹ ਮਨਜੀਤ ਰਾਏ ਦਾ ਕਾਫੀ ਹੋੜ ਸੀ ਉਸ ਏਰੀਏ 'ਚ ਥੀਏਟਰ ਦੇ ਮਾਮਲੇ 'ਚ। ਉਹ ਖੁਦ ਵੀ ਥੀਏਟਰ ਦਾ ਬੰਦਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ
ਤੇ ਉਹ ਫਿਰ ਉਦੋਂ ਮੈਂ ਜਾਂਦਾ ਹੁੰਦਾ ਸੀ ਪ੍ਰੋਗਰਾਮ 'ਤੇ, ਬਕਾਇਦਾ ਜਾਣਾ ਪ੍ਰੋਗਰਾਮ 'ਤੇ। ਉਦੋਂ ਸਤਿੰਦਰ ਸਾਹਿਬ ਨੇ ਤੋਂ ਬਤੌਰ ਜੱਜ ਆਉਣ ਸੀ। ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਉਹਨਾਂ ਨੇ 2-4 ਬੰਦਿਆਂ ਨੂੰ ਦੂਰਦਰਸ਼ਨ ਜਾ ਕੇ ਗੱਲ ਕਰੀ, ਮੈਂ ਇਸ ਤਰ੍ਹਾਂ ਸੁਣ ਕੇ ਆਇਆ ਮੈਂ। ਅਤੇ ਉਦੋਂ ਹਰਜੀਤ ਜੀ ਸੀਗੇ ਪ੍ਰੋਡਿਊਸਰ, ਉਹਨਾਂ ਨੇ ਰਿਕਾਰਡ ਕਰਿਆ ਸੀ, ਬਹੁਤ ਅੱਛੀ ਤਰੀਕੇ ਨਾਲ ਰਿਕਾਰਡ ਕਰਿਆ। ਉਹਨਾਂ ਨੇ ਮੈਨੂੰ ਬੜੀ ਦਾਦ ਦਿੱਤੀ ਸ਼ੁਰੂ ਤੋਂ। ਮੈਨੂੰ ਤਾਂ ਕਾਫੀ ਦੇਰ ਰਿਕਾਰਡਿੰਗ ਕਰਨ ਦੀ ਲੋੜ ਹੀ ਨਹੀਂ ਪਈ ਜਦੋਂ ਉਹਨਾਂ ਨੇ ਰਿਕਾਰਡ ਕਰਿਆ। ਮੈਨੂੰ ਮੈਂ ਵੀ ਇਹੀ ਬਹੁਤ ਹੈ। ਅੱਛਾ, ਇਹ 87 ਦੀ ਗੱਲ ਹੈ? ਇਹ ਉਹ ਤੋਂ ਬਾਅਦ ਦੀ ਗੱਲ ਹੈ, 87 ਦੀ, 91 ਦੇ ਆਸ ਪਾਸ ਦੀ ਗੱਲ ਹੈ ਮੇ ਬੀ। 87 ਤਾਂ ਮੈਂ ਸ਼ਾਇਦ ਖੰਨੇ ਵੀ ਨਹੀਂ ਸੀ ਆਇਆ। ਅੱਛਾ ਜੀ। ਹਾਂ, ਉਹ ਤੋਂ ਬਾਅਦ ਦੀ ਗੱਲ ਹੈ। ਉਦੋਂ ਤੁਰੰਤ ਬਾਅਦ ਫਿਰ ਮੈਨੂੰ ਯਾਦ ਹੈ ਕਿ ਨਾਰਵੇ ਗਏ ਸੀ ਡਾਕਟਰ ਸਤੀਸ਼ ਵਰਮਾ ਜੀ ਪਟਿਆਲੇ ਤੋਂ। ਹਾਂਜੀ ਹਾਂਜੀ। ਉਹ ਪਹਿਲੀ ਵਾਰ ਮੈਨੂੰ ਵਿਦੇਸ਼ ਉਹਨਾਂ ਨੇ ਵਜ੍ਹਾ ਨਾਲ ਦੇਖਿਆ ਮੈਨੂੰ। ਅੱਛਾ। ਡਾਕਟਰ ਸਿੰਘ, ਉਹਨਾਂ ਦਾ ਬੇਟਾ ਪਰਮੇਸ਼ਵਰ। ਪਰਮੇਸ਼ਵਰ, ਹਾਂ, ਹਾਂਜੀ। ਉਹੀ ਪਹਿਲੀ ਵਾਰ ਮੈਂ ਉਹਨਾਂ ਨਾਲ ਗਿਆ। ਉਹ ਬਹੁਤ ਗ੍ਰੇਟ ਬੰਦੇ ਨੇ ਉਹ ਵੀ। ਜਲੰਧਰ ਦੂਰਦਰਸ਼ਨ ਦਾ ਇੱਕ ਪ੍ਰੋਗਰਾਮ ਹੁੰਦਾ ਸੀਗਾ 97 ਦੇ ਵਿੱਚ, ਹੋਇਆ ਸੀ ਕਾਵਸ਼ਾਰ। ਉਹਦੇ ਵਿੱਚ 2 ਹੀ ਕਲਾਕਾਰਾਂ ਨੂੰ ਬੁਲਾਇਆ ਗਿਆ ਸੀ, ਹੰਸਰਾਜ ਹੰਸ ਸੀਗੇ ਤੇ ਇੱਕ ਤੁਸੀਂ ਸੀਗੇ। ਉਸ ਵੇਲੇ ਐਡਾ ਕੱਦ ਸੀਗਾ ਤੁਹਾਡਾ? ਉਹ ਕੱਦ ਤਾਂ ਲੋਕਾਂ ਉਹਨਾਂ ਦੀ ਨਿਗਾਹ 'ਚ ਸੀਗਾ, ਕੱਦ ਤਾਂ ਆਪਣੇ ਆਪ ਹੀ ਬਣ ਜਾਏ, ਕਿਉਂਕਿ ਪਤਾ ਆਮ ਤੌਰ 'ਤੇ ਜਿਵੇਂ ਮੈਂ ਗਾਉਣਾ ਹੈ ਉਹ ਗੀਤ ਹੋਰ ਸਨ, ਲੇਕਿਨ ਜੋ ਮੇਰੇ ਟੇਸਟ ਹੈ ਉਹ ਹੋਰ ਸੀ। ਉਹ ਮੇਰਾ ਟੇਸਟ ਉਹਨਾਂ ਕੋਲ ਪਹੁੰਚ ਗਿਆ। ਤਾਂ ਉਹਨਾਂ ਜਦ ਮੈਂ ਗਾਇਆ ਉੱਥੇ, ਈਵਨ ਟਾਈਟਲ ਸੌਂਗ ਵੀ ਉਹਨਾਂ ਨੇ ਮੇਰਾ ਲੈ ਲਿਆ। ਉਹ ਕਾਫੀ ਦੇਰ ਵੱਜਦਾ ਹੀ ਰਿਹਾ, ਸ਼ਾਇਦ ਪਤਾ ਨਹੀਂ ਹੁਣ ਵੀ ਪ੍ਰੋਗਰਾਮ ਚੱਲਦਾ ਕਿ ਨਹੀਂ, ਉਹ ਆਈ ਡੋਂਟ ਨੋ, ਪਰ ਉਹ ਟਾਈਟਲ ਵੀ ਉਹੀ ਵੱਜੀ ਗਿਆ। ਅਤੇ ਉਹਦੇ ਵਿੱਚ ਮਤਲਬ ਮੇਰੇ 2 ਗੀਤ ਸੀਗੇ, ਹੰਸ ਭਾਜੀ ਦਾ ਵੀ ਗੀਤ ਸੀਗਾ ਉਹ 'ਚ। ਨਰਪਤ ਰਾਏ ਵਸ਼ਿਸ਼ਟ ਹੋਰਾਂ ਦਾ ਤੁਸੀਂ ਅਕਸਰ ਜ਼ਿਕਰ ਕਰਦੇ ਹੋ, ਪਰ ਭਾਈ ਦਿਦਾਰ ਸਿੰਘ ਹੋਰੀ ਵੀ ਤੁਹਾਡੇ ਉਸਤਾਦ ਰਹੇ ਨੇ? ਹਾਂ, ਦਿਦਾਰ ਸਿੰਘ ਜੀ ਸ਼ਬਦ ਕੀਰਤਨ ਕਰਦੇ ਸੀ। ਤੁਹਾਨੂੰ ਤੁਸੀਂ ਪਤਾ ਲੱਗ ਗਿਆ, ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ। ਦਿਦਾਰ ਸਿੰਘ ਜੀ ਸ਼ਬਦ ਗਾਉਂਦੇ ਸੀਗੇ, ਨਾਲ ਨਰਿੰਦਰ ਬੀਬਾ ਜੀ ਦਾ ਚਾਚਾ ਸੀ, ਉਹਨਾਂ ਨੇ ਗਰੁੱਪ ਬਣਾਇਆ ਸੀ ਸ਼ਬਦ ਕੀਰਤਨ ਦਾ। ਮੈਂ ਸਲਾਣੇ ਰਹਿਣਾ ਸੀ, ਮੈਂ ਪਿੰਡੋਂ ਸਾਈਕਲ 'ਤੇ ਆਉਣਾ ਸਿੱਖਣ, 2 ਵਜੇ ਦਾ ਟਾਈਮ ਦਿੱਤਾ ਦੁਪਹਿਰ ਦਾ, ਔਰ ਬੈਠ ਕੇ ਸੁਣਨਾ, ਉਹਨਾਂ ਨੂੰ ਸਿੱਖਣਾ ਸਿਖਾਉਣਾ। ਕਿਸੇ 5-7 ਮਹੀਨੇ ਉਹਨਾਂ ਨੂੰ ਸੁਣਿਆ ਫਿਰ ਮੈਂ, ਲੇਕਿਨ ਉਹ ਬਹੁਤ ਪਹੁੰਚੇ ਹੋਏ ਸੀਗੇ। ਲੇਕਿਨ ਮੇਨ ਉਹ ਰਾਗੀ ਸੀਗੇ, ਮੇਨ ਤਬਲੇ ਦੀ ਬਾਹਰ ਮਾਤਰਾ ਤੱਕ ਤਬਲਾ ਵਜਾਉਣ ਸੀਗੇ। ਉਹ ਤਬਲਾ ਛੱਡਤਾ, ਕਹਿੰਦੇ ਪੈਸੇ ਨਹੀਂ ਬਣਦੇ ਕੁਛ, ਮੈਂ ਹੁਣ ਸਭ ਕੀਰਤਨ ਕਰਿਆ ਕਰੂੰ। ਮੇਨ ਤਬਲੇ 'ਤੇ ਸੀ ਉਹ, ਉਹਨਾਂ ਕੋਲ ਸਿੱਖਿਆ ਮੈਂ। ਪਰ ਮੈਂ ਮੁੱਖ ਤੌਰ 'ਤੇ ਮੈਂ ਨਰਪਤ ਜੀ ਕੋਲ ਹੀ ਸਿੱਖਿਆ। ਮੈਂ ਭੌਰਾ ਜੀ ਕਈਆਂ ਸਭ ਤੋਂ ਸਿੱਖਿਆ, ਪਰ ਨਰਪਤ ਜੀ ਬਾਰੇ ਇੱਕ ਖਾਸੀਅਤ ਹੈ ਕਿ ਉਹ ਘਰ ਵਿੱਚ ਬੈਡਰੂਮ ਤੱਕ ਲਿਆਉਣ ਵਾਲੇ ਬੰਦੇ ਸਨ। ਉਹਨਾਂ ਦੇ ਘਰ ਬੈਡਰੂਮ ਤੱਕ ਜਾਇਆ ਜਾ ਸਕਦਾ ਸੀ, ਇੱਜ਼ਤਦਾਰ ਘਰਾਣੇ ਦੇ ਬੰਦੇ ਸੀ। ਮੈਨੂੰ ਆਹ ਬਲ ਉਹਨਾਂ ਦੀ ਲੈ ਬੈਠੀ। ਤੁਹਾਡੇ ਸਰੋਤੇ ਇੰਨੇ ਪੱਕੇ ਹੁੰਦੇ ਸੀ। ਬੁੱਧ ਸਿੰਘ ਨੀਲੋ ਹੋਰਾਂ ਨੇ ਤੁਹਾਡੇ 'ਤੇ ਇੱਕ ਆਰਟੀਕਲ ਲਿਖਿਆ ਸੀਗਾ, ਅਤੇ ਉਹਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਵੀ ਸੂਰਜ ਚੜ੍ਹ ਕੇ ਛਿਪ ਸਕਦਾ, ਪਰ ਪਵਨ ਨੂੰ ਸੁਣਨ ਵਾਲੇ ਸਰੋਤੇ ਬਿਨਾਂ ਉਬਾਸੀ ਲਿਆ ਉਹਨੂੰ ਸਾਰੀ ਰਾਤ ਸੁਣ ਸਕਦੇ ਨੇ। ਤੁਹਾਨੂੰ ਕੀ ਲੱਗਦਾ ਤੁਹਾਡੇ 'ਚ ਐਸਾ ਕੀ ਸੀਗਾ ਜਿਹੜਾ ਨਹੀਂ ਮੇਰੇ 'ਚ ਪਤਾ ਕੀ, ਜਿਸ ਚੀਜ਼ ਇਕੱਠੀ ਹੁੰਦੀ ਹੈ, ਇੱਕ ਸੂਝ ਇਕੱਠੀ ਹੁੰਦੀ ਕਿ ਮੈਂ ਇੱਦਾਂ ਦਾ ਮੈਟਰ ਗਾਉਣਾ ਹੈ, ਉਹ ਕੁਛ ਬੰਦੇ ਖਾਸ ਨੇ ਜਿਹੜੇ ਉੱਦਾਂ ਦਾ ਸੁਣਨਾ ਚਾਹੁੰਦੇ ਨੇ। ਉਹ ਜਦ ਆਪਾਂ ਉੱਦਾਂ ਦਾ ਲੈ ਕੇ ਬਹਿੰਦੇ, ਉਹ ਮੁੱਕਦਾ ਹੀ ਨਹੀਂ ਹੈ ਕੰਮ, ਫਿਰ ਉਹ ਸਵਾਦ ਜਿਹਾ ਆਉਣ ਲੱਗ ਜਾਂਦਾ ਸਾਰਿਆਂ ਨੂੰ। ਕਿਤੇ ਕਈ ਵਾਰ ਤਾਂ ਮੈਂ ਆਪ ਲਿਖ ਕੇ ਰਾਜੀ ਨਹੀਂ, ਜ਼ਿਆਦਾ ਮੈਂ ਨਹੀਂ ਲਿਖਦਾ ਜ਼ਿਆਦਾ। ਮੈਂ ਉਦੋਂ ਲਿਖੂੰਗਾ ਜਦੋਂ ਮੇਰੇ ਕੋਲ ਕੰਪੀਟੀਸ਼ਨ ਫਸ ਕੇ ਮੈਨੂੰ ਬਾਹਰੋਂ ਨਹੀਂ ਮਿਲਣੀ, ਮੈਂ ਤਿਆਰ ਕਰ ਲਈ। ਲੇਕਿਨ ਅਦਰਵਾਈਜ਼ ਦੁਨੀਆ ਬਹੁਤ ਸੋਹਣੀ ਲਿਖ ਰਹੀ ਹੈ। ਪਾਤਰ ਸਾਹਿਬ ਕਿਆ ਬਾਤ ਹੈ, ਕੁਤੇਜ ਕਹਾਰ ਵਾਲਾ ਕਿਆ ਸੋਹਣਾ, ਗੁਰਪ੍ਰੀਤ ਗਿੱਲ ਜੀ ਕਿਉਂ ਲਿਖਿਆ, ਜਿਵੇਂ ਸਭ ਕੁਝ ਲਿਖਿਆ ਪਿਆ ਮਿਲ ਰਿਹਾ, ਇੰਨਾ ਸੋਹਣਾ, ਇੰਨੀ ਪਹੁੰਚ ਤੱਕ ਲਿਖਿਆ ਉਹਨਾਂ ਨੇ। ਕਿਉਂ ਆਪਾਂ ਕਲਮਕਸਾਈ ਕਰੀਏ ਕਿ ਮੇਰਾ ਗੀਤ ਹੋਵੇ। ਲੇਕਿਨ ਮੈਂ ਆਪਣੇ ਤਾਂ ਗਾਉਣੇ ਪੈਂਦੇ ਨੇ ਫਿਰ, ਕਿਉਂਕਿ ਉਹ ਕਈ ਚੀਜ਼ਾਂ ਲੱਭਦੀਆਂ ਨਹੀਂ ਉੱਥੇ। ਉਹ ਫਿਰ ਮੈਨੂੰ ਆਪ ਉਹਨਾਂ ਤੋਂ ਮੈਂ ਕਹਿ ਨਹੀਂ ਸਕਦਾ ਵੀ ਤੁਸੀਂ ਇੱਦਾਂ ਲਿਖ ਕੇ ਦਿਓ ਮੈਨੂੰ, ਨਾ, ਫਿਰ ਉਹ ਮੈਂ ਕਰ ਲੈਂਦਾ। ਤੁਸੀਂ ਪਾਤਰ ਸਾਹਿਬ ਨੂੰ ਵੀ ਗਾਉਂਦੇ ਰਹੇ ਹੋ ਸਾਹਿਤਕ ਮਹਿਫਲਾਂ ਦੇ ਵਿੱਚ? ਹਾਂ, ਪਾਤਰ ਸਾਹਿਬ ਨਾਲ ਮੇਰਾ ਕਾਫੀ ਨੇੜਲਾ ਸੰਬੰਧ ਰਿਹਾ। ਮੇਰਾ ਤਾਂ ਬਹੁਤ ਨੇੜਲਾ ਸੰਬੰਧ ਰਿਹਾ। ਇੱਕ ਇੱਥੇ ਚੰਡੀਗੜ੍ਹ ਇੱਕ ਪੱਤਰਕਾਰ ਨੇ ਪੀ ਵਰਮਾ, ਹਾਂਜੀ ਹਾਂਜੀ, ਸੁਣੇ ਨਾ, ਉਹ ਉਹਨਾਂ 'ਤੇ ਸ਼ਮਸ਼ੇਰ ਸੁੰਦਰ ਜੀ
ਇਹ ਆਪਸ 'ਚ ਇੱਕ ਪ੍ਰੋਗਰਾਮ 'ਤੇ ਇਕੱਠੇ ਹੋ ਕੇ ਤੇ ਉਹ ਕਹਿਣ ਸੰਧੂ ਕਹਿੰਦੇ ਭਾਈ ਹੁਣ ਪੱਤ ਸਾਹਿਬ ਦੇ ਗੀਤ ਆਉਣਗੇ। ਪਵਨਦੀਪ ਸਟੇਜ 'ਤੇ ਆ ਗਿਆ। ਅੱਛਾ। ਉਹ ਜਿਵੇਂ ਲੈ ਪੀ ਵਰਮਾ ਹੁਣ ਤੇਰਾ ਕੰਮ ਸ਼ੁਰੂ ਹੈ, ਕੋਈ ਇੱਦਾਂ ਦੀ ਗੱਲ ਮੈਂ ਜਾਣੀ ਚਲੋ ਮੈਨੂੰ ਕਿਸੇ ਤਰ੍ਹਾਂ ਚਾਹੇ ਉਹਨਾਂ ਨੇ ਕਿਸੇ ਆਹ ਚੀਜ਼ਾਂ ਇਹਨਾਂ ਕੋਲ ਨਹੀਂ ਹੁਣ ਗਾਣੀਆਂ ਹੁਣ ਇਹ ਚੱਲਣਗੀਆਂ, ਪਤਾ ਨਹੀਂ ਵਿਅੰਗ ਸੀ ਕੀ ਸੀ, ਆਈ ਡੋਂਟ ਨੋ, ਪਰ ਸੀ ਉਹ ਖੈਰ ਉਹਨਾਂ ਨੂੰ ਪੱਤ ਸਾਹਿਬ ਨਾਲ ਮੇਰੇ ਬਹੁਤ ਵਧੀਆ ਸੰਬੰਧ ਸੀ। ਕੁਛ ਸੁਣਾਓ ਸਾਨੂੰ ਵੀ ਉਹਨਾਂ ਦਾ ਜੋ ਤੁਸੀਂ ਗਾਉਂਦੇ ਰਹੇ ਹੋ। ਦੋ ਲਾਈਨਾਂ ਕਾਫੀ ਨੇ। ਨਾ ਸੂਰਜ ਦਾ ਪੰਛੀ, ਨਾ ਕਿਰਨਾਂ ਦਾ ਚੰਬਾ, ਨਾ ਸੂਰਜ ਦਾ ਪੰਛੀ, ਨਾ ਕਿਰਨਾਂ ਦਾ ਚੰਬਾ, ਕੋਈ ਐ ਨਾ ਸੁਣਨਾ ਬਨੇਰਾ ਨਾ ਹੋਵੇ, ਕਿਸੇ ਵਸ ਦੇ ਵੇੜੇ 'ਚ ਆਵੇ ਕਦੀ ਨਾ, ਉਹ ਰਾਤ ਜਿਸ ਦਾ ਸਵੇਰਾ ਨਾ ਹੋਵੇ, ਨਾ ਸੂਰਜ ਦਾ ਪੰਛੀ, ਨਾ ਕਿਰਨਾਂ ਦਾ ਚੰਬਾ। ਬਹੁਤ ਤੁਹਾਡੇ ਬਾਰੇ ਲੋਕ ਇਹ ਵੀ ਲਿਖਦੇ ਸੀਗੇ, ਕਹਿੰਦੇ ਪਵਨਦੀਪ ਗਾਇਕ ਤੇ ਹੈਗਾ ਪਰ ਉਹ ਗੀਤਕਾਰ ਉਸ ਤੋਂ ਵੀ ਵੱਡਾ ਨਾ। ਜਦੋਂ ਲੋਕੀ ਤੁਹਾਡੀਆਂ ਮਹਿਫਲਾਂ ਦਾ ਸਮਾਂ ਤੇ ਥਾਂ ਉਡੀਕਦੇ ਹੁੰਦੇ ਸੀਗੇ ਵੀ ਪਵਨਦੀਪ ਗਾ ਰਹੇ ਨੇ, ਟਾਈਮ ਤੇ ਥਾਂ ਦੱਸੋ ਵੀ ਕਿੱਥੇ ਆ, ਅਸੀਂ ਪਹੁੰਚਣਾ ਉੱਥੇ, ਪਰ ਬਾਵਜੂਦ ਇੰਨੀ ਦਾਤ ਮਿਲਣ, ਕਿਉਂਕਿ ਜਦੋਂ 2000 ਦੇ ਵਿੱਚ ਸਿੰਗਾਪੁਰ ਦੇ ਵਿੱਚ ਇੰਡੀਪੈਂਡੈਂਸ ਦਾ ਕੋਈ ਸੈਲੀਬ੍ਰੇਸ਼ਨ ਸੀਗੀ ਤਾਂ ਉੱਥੇ ਪੂਰੇ ਵਰਲਡ 'ਚੋਂ 60 ਕਲਾਕਾਰ ਆਏ ਤੇ ਸਾਡੇ ਇੱਧਰੋਂ ਇੰਡੀਆ ਤੋਂ ਤੁਸੀਂ ਇਕੱਲੇ ਸੀਗੇ। ਇਕੱਲੇ ਸੀ, ਹਾਂ ਠੀਕ ਹੈ। ਇੰਨਾ ਜਦੋਂ ਤੁਹਾਨੂੰ ਮਾਣ ਸਨਮਾਨ ਆਲੇ ਦੁਆਲਿਓਂ ਮਿਲਦਾ ਸੀਗਾ ਤਾਂ ਫਿਰ ਤੁਸੀਂ ਮੇਨ ਸਟਰੀਮ ਦੇ ਵਿੱਚ ਕਿਉਂ ਨਹੀਂ ਸ਼ਾਮਲ ਕਰ ਪਾਏ ਆਪਣੇ ਆਪ ਨੂੰ, ਜਾਂ ਫਿਰ ਤੁਸੀਂ ਡਾਕਖਾਨੇ ਦੀ 25 ਸਾਲ ਦੀ ਉਹ ਨੌਕਰੀ ਨੂੰ ਕਿਉਂ ਪਹਿਲ ਦਿੱਤੀ ਕਿ ਮੈਂ ਪ੍ਰੋਫੈਸ਼ਨਲੀ ਨਹੀਂ ਹੋਣਾ ਹੈਗਾ ਇੱਧਰ, ਤਾਂ ਮੈਂ ਸਰਵਿਸ ਤਾਂ ਲਥਾਰਜਿਕ ਕਰ ਦਿੰਦੇ ਬੰਦੇ ਨੂੰ, ਪਰ ਡਾਕਖਾਨੇ ਦੀ ਸਪੋਰਟ ਤਾਂ ਸੀਗੀ। ਪਰ ਜਿਹੜੇ ਟਾਈਮਾਂ ਦੀ ਤੁਸੀਂ ਗੱਲ ਕਰਦੇ ਹੋ ਉਸ ਟਾਈਮ ਤਾਂ ਮੈਂ ਤੁਹਾਨੂੰ ਕੀ ਦੱਸਾਂ, ਉਸ ਟਾਈਮ ਮੈਨੂੰ ਮਹਿਕਮੇ ਦੇ ਅਫਸਰਾਂ ਵੱਲੋਂ ਪੂਰੀ ਆਜ਼ਾਦੀ ਸੀ, ਮੈਂ ਜਿੱਥੇ ਮਰਜ਼ੀ ਜਾਵਾਂ ਆਵਾਂ, ਆਪਣੇ ਆਪ ਛੁੱਟੀਆਂ ਮਿਲ ਜਾਂਦੀਆਂ ਸੀ, ਆਪਣੇ ਆਪ ਸਭ ਕੁਛ ਹੋਣਾ ਸੀ। ਮੈਂ ਕਈ ਜਗ੍ਹਾ ਤਾਂ ਮੈਡੀਕਲ 'ਤੇ ਜਾਇਆ ਬਾਹਰ, ਆਪ ਹੀ ਕਰ ਲੈਂਦੇ ਕੋਈ, ਚਲ ਕੋਈ ਗੱਲ ਨਹੀਂ। ਤਾਂ ਕਿ ਉਹਨਾਂ ਟਾਈਮਾਂ 'ਚ ਮੈਨੂੰ ਡਾਕਖਾਨਾ ਆੜੇ ਨਹੀਂ ਸੀ ਆਉਂਦਾ, ਮੇਰੇ ਰਸਤੇ ਦੇ ਆੜੇ ਮੈਂ ਹੀ ਆਇਆ ਬਸ। ਜਦ ਵੀ ਆਇਆ ਉਹ ਪਤਾ ਨਹੀਂ ਕਿਉਂ ਆਇਆ, ਪਰ ਆ ਗਿਆ ਮੈਂ। ਮੇਰੇ ਤੋਂ ਕਈ ਵਾਰ ਨਾ ਡੀਲਿੰਗ ਹੁੰਦੀ ਹੈ, ਬੜੀ ਬੜੀਆਂ ਡੀਲਿੰਗ ਹੁੰਦੀਆਂ, ਪਰ ਉਹ ਸਹੀ ਫ੍ਰੀਕੁਐਂਸੀ 'ਤੇ ਜਾ ਕੇ ਮੁੱਕਦੀ ਨਹੀਂ ਹੈ ਬਸ। ਉਹ ਫਿਰ ਉਹ ਪਿੱਛੇ ਮੁੜਿਆ ਉਸ ਛੱਡ। ਡੀਲਿੰਗਾਂ ਬਹੁਤ ਵੱਡੀਆਂ ਵੱਡੀਆਂ ਆਈਆਂ ਨੇ, ਕਿਤੇ ਇੱਕ ਆਈ ਹੈ, ਸੈਂਕੜੋਂ ਆਈਆਂ ਨੇ। ਇਸ ਟਾਈਮ ਹਿੱਟ ਬੈਠੇ ਮੇਰੀ ਲਿਸਟ 'ਤੇ ਬੈਠੇ ਨੇ, ਚੰਡੀਗੜ੍ਹ ਬੈਠੇ ਜਿਹੜੇ 17 ਲੱਖ ਕਮਾ ਰਹੇ ਨੇ, ਜਿਨ੍ਹਾਂ ਨੂੰ ਮੈਂ ਖੁਦ ਪੈਦਾ ਕਰਿਆ ਹੋਇਆ, ਆਪਣੀ ਮਿਹਨਤ ਨਾਲ ਮੇਰੇ ਅਜ਼ੀਜ਼ ਨੇ ਸਾਰੇ। ਪਰ ਨਾ, ਮੈਂ ਕਿਸੇ ਤੋਂ ਕੁਛ ਨਹੀਂ ਜੋ ਮੈਨੂੰ ਵੈਸੇ ਮੈਨੂੰ ਪਤਾ ਕੀ ਯਾਰ, ਤੁਸੀਂ ਪੈਸੇ ਕਮਾ ਕੇ ਕਰੋਗੇ ਕੀ ਕਰਨਾ ਹੈ? ਬਹੁਤ ਵਧੀਆ ਸਰਕਲ ਚਾਹੀਦਾ ਹੈ, ਬਹੁਤ ਜ਼ਿਆਦਾ ਇੱਜ਼ਤ ਚਾਹੀਦੀ ਹੈ, ਉਹ ਤਾਂ ਮਿਲ ਹੀ ਰਹੀ ਹੈ, ਫਿਰ ਆਲਰੇਡੀ ਮਿਲ ਰਹੀ ਹੈ, ਹਰ ਲੈਵਲ 'ਤੇ ਮਿਲ ਰਹੀ ਹੈ। ਕੀ ਲੋੜ ਪਈ ਪੈਦਾ? ਇਹ ਨਹੀਂ ਕਿ ਮੈਂ ਛੱਡਿਆ, ਇਹ ਨਹੀਂ ਕਿ ਮੈਨੂੰ ਚਾਹੀਦਾ ਨਹੀਂ ਹੈ, ਚਾਹੀਦਾ ਸਭ ਕੁਛ ਹੈ। ਚਾਹੀਦਾ ਤਾਂ ਮੈਨੂੰ ਸਰਵਿਸ ਤੋਂ ਵੀ ਮਿਲੀ ਗਿਆ, ਆਲੇ ਦੁਆਲੇ ਮਿਲੀ ਗਿਆ, ਇੰਨਾ ਕੁ ਪ੍ਰੋਗਰਾਮ ਮੇਰੇ ਲੱਗਦੇ ਰਹੇ ਨੇ। ਮੈਂ ਇੱਕ ਦਿਨ CM ਦੇ ਘਰ ਪ੍ਰੋਗਰਾਮ ਕਰਦਾ ਸੀਗਾ, ਦੂਜੇ ਦਿਨ ਇੱਕ ਸਾਜੀ ਦੇ ਘਰ ਬਰਨਾਲੇ ਜਾ ਕੇ ਵੀ ਕਰ ਲੈਂਦਾ ਸੀ। 10 ਨਹੀਂ ਸਕਦਾ ਕਿਸੇ ਜਗ੍ਹਾ 'ਤੇ, ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਪੈਸੇ। ਮੈਂ ਤਾਂ ਇੱਕ ਵਾਰ ਹੁੰਗਾਰਾ ਭਰ ਕੇ ਇੱਜ਼ਤ ਨਾਲ ਬੁਲਾ ਲਵੇ ਨਾ, ਮੈਂ ਖੜ ਜਾਂਦਾ ਸੀ ਬਸ। ਸ਼ੁਕਰ ਹੈ, ਆਹੀ ਮੇਰੀ ਪੇਮੈਂਟ ਰਹੀ ਹੈ। ਕੋਈ ਦੇ ਦੇਵੇ ਠੀਕ, ਨਾ ਦੇਵੇ ਤਾਂ ਵੀ ਠੀਕ, ਮਿਲ ਜਾਂਦਾ ਸੀ। ਫਿਰ ਮੈਨੂੰ ਮੇਰੇ ਜੋਗਾ ਮਿਲ ਜਾਂਦਾ ਸੀ। ਪਰ ਇਹ ਤੁਹਾਡੀ ਸੰਤੁਸ਼ਟੀ ਸੀਗੀ, ਪਰਿਵਾਰ ਦੀ ਸੰਤੁਸ਼ਟੀ ਸੀਗੀ ਇਹਦੇ ਵਿੱਚ? ਪਰਿਵਾਰ ਨੂੰ ਪਤਾ ਹੀ ਨਹੀਂ ਸੀ ਇੰਨਾ ਜ਼ਿਆਦਾ। ਮੇਰੀ ਮਾਂ ਹੁੰਦੀ ਸੀ, ਉਹ ਤਾਂ ਮੇਰੇ ਤੋਂ ਸੰਤੁਸ਼ਟੀ ਸੀਗੀ। ਜਦੋਂ ਵਾਈਫ ਆਈ ਹੈ, ਉਹਨੂੰ ਕਹਾਣੀ ਸਮਝ 'ਚ ਕਾਫੀ ਸਾਲ ਲੱਗੇ ਸਮਝਣ 'ਚ, ਕਿਉਂਕਿ ਉਹ ਹੋਰ ਟਰੈਕ ਤੋਂ ਸੀ। ਲੇਕਿਨ ਉਹਦੀ ਸੰਤੁਸ਼ਟੀ ਨਹੀਂ ਬਣੀ। ਕਈ ਵਾਰ ਮੁੱਲ ਨਹੀਂ ਪਾਈ ਇਹ ਉਹ,
ਲੋਕ ਆਉਂਦੇ ਨੇ ਕੰਪੀਟੀਸ਼ਨ ਲੈ ਜਾਂਦੇ ਨੇ, ਫਿਰ ਉੱਥੇ ਐਂ ਹੁੰਦੇ ਨੇ, ਉੱਥੇ ਐਂ ਹੁੰਦੇ ਨੇ, ਉਹ ਲੱਖਾਂ ਕਮਾਉਂਦੇ ਨੇ। ਤੁਸੀਂ ਕਿਆ ਕਰਨਾ ਫਿਰ? ਅਗਰ ਆਪਣੇ ਆਪ ਦਿੰਦਾ ਤਾਂ ਠੀਕ ਹੈ, ਨਹੀਂ ਤਾਂ ਨਾ ਸਹੀ। ਫਿਰ ਕਿੰਨੇ ਬੰਦੇ ਲੈ ਕੇ ਜਾਂਦੇ ਨੇ, ਕਿਉਂਕਿ ਮੈਂ ਹੀ ਬੰਦਾ ਹਾਂ, ਮੇਰਾ ਖਿਆਲ ਹੈ। ਹੋਰ ਹੋਣ ਤਾਂ ਅੱਛੀ ਗੱਲ ਹੈ, ਜਿਹਦੇ ਕੋਲ ਕੰਪੋਜੀਸ਼ਨ ਲਿਰਿਕਸ ਵੀ ਬਣਨਾ ਹੈ, ਕਿਹੜੇ ਰਾਗ 'ਤੇ ਕਿਵੇਂ ਗਾਉਣਾ ਹੈ, ਕਿਹੜੇ ਦਮ ਦੇ ਰਿਦਮ ਵਜਾਉਣਾ ਹੈ, ਕਿਹੜੇ ਸਮ ਕਿੱਥੇ ਆਉਣਾ ਹੈ, ਕਿਹੜੇ ਸਕੇਲ 'ਤੇ ਗਾਉਣਾ ਹੈ, ਸਾਰਾ ਕੁਛ ਕਰਿਆ ਅਗਲੇ ਨੂੰ ਮਿਲ ਜਾਣਾ ਹੈ। ਕਿਉਂਕਿ ਮੇਰੇ ਕੋਲ ਉੱਤਰ ਕੇ ਹੋਈ ਚੀਜ਼ ਆਉਣੀ ਔਕਣੀ। ਤਾਂ ਉਹ ਫਿਰ ਮੈਨੂੰ ਇਹ ਹੁੰਦਾ ਕਿ ਮੇਰਾ ਕੋਲ ਜਿਹੜਾ ਮੰਗਣ ਆ ਗਿਆ, ਕਹਿਣ ਆ ਗਿਆ, ਆਪ ਨਹੀਂ ਮੈਂ ਕਦੇ ਕਿਸੇ ਨੂੰ ਕਿਹਾ। ਆ ਗਿਆ ਤਾਂ ਆ ਗਿਆ, ਆ ਗਿਆ ਤਾਂ ਮੈਂ ਮੁੜਿਆ ਨਹੀਂ। ਫਿਰ ਕੋਈ ਨਹੀਂ ਮੁੜਿਆ ਜਾ ਗਿਆ। ਮੈਂ ਇਹ ਨਹੀਂ ਕਿ ਮੇਰਾ ਨਾਂ ਨਹੀਂ ਬੋਲਦਾ ਕਿਸੇ ਨੂੰ, ਉਹਨਾਂ ਨੂੰ ਪਤਾ ਸਾਰਿਆਂ ਨੂੰ, ਸਰਕਲ ਨੂੰ ਪਤਾ ਸਾਰਿਆਂ ਨੂੰ। ਮੈਂ ਨਹੀਂ ਆਪਣਾ ਨਾਂ ਪਾਉਂਦਾ, ਕਿਉਂਕਿ ਉਹ ਜਿਹੋ ਜਿਹੇ ਮੈਟਰ ਆਏ ਨੇ, ਉਹਨਾਂ ਮੈਟਰਾਂ 'ਚ ਮੈਂ ਆਪਣਾ ਨਾਂ ਜੁੜਨ ਦੇਣਾ ਨਹੀਂ ਚਾਹੁੰਦਾ ਮੈਂ। ਲੇਕਿਨ ਬਣਾਉਣੇ ਪਏ ਨੇ, ਜਿਵੇਂ ਖੰਨੇ ਵਾਲੀ ਵਰਕਸ਼ਾਪ ਕਰ ਲਓ, ਆਪਣੇ ਗੀਤ ਉਹ ਵਰਕਸ਼ਾਪ ਲੱਗ ਜਾਂਦੇ ਨੇ। ਪਰ ਜਿਵੇਂ ਤੁਹਾਡੇ ਕੋਲੇ ਲੋਕੀ ਗਾਉਣਾ ਸਿੱਖਣ ਤਾਂ ਆਉਂਦੇ ਹੀ ਆਉਂਦੇ ਸੀ, ਪਰ ਨਾਲ ਲਿਖਣਾ ਸਿੱਖਣ ਵੀ ਆਉਂਦੇ ਹੁੰਦੇ ਸੀਗੇ ਕਿ ਸਾਨੂੰ ਲਿਖਣਾ ਵੀ ਸਿਖਾ ਦਿਓ। ਇਹ ਸਿਖਾਇਆ ਜਾ ਸਕਦਾ ਲਿਖਣਾ? ਕਿਉਂਕਿ ਕਹਿੰਦੇ ਹੁਣ ਤੱਕ ਜਿੰਨੀ ਕਿ ਮੈਂ ਤੁਹਾਡੇ ਬਾਰੇ ਕੋਈ ਇਨਫੋਰਮੇਸ਼ਨ ਇਕੱਠੀ ਕਰ ਸਕੀ, ਕਹਿੰਦੇ ਵੀ ਟੈਕਨੀਕਲੀ ਲਿਖਣਾ ਸਿਰਫ ਪਵਨਦੀਪ ਨੂੰ ਹੀ ਆਉਂਦਾ ਆ। ਕਾਫੀ ਨੂੰ ਆਉਂਦਾ, ਮੈਨੂੰ ਨਹੀਂ ਪਤਾ। ਹੁਣ ਸਤਾਜ ਹੈ, ਆਈ ਡੋਂਟ ਨੋ ਕਿੰਨੀ ਟੈਕਨੀਕ, ਪਰ ਮੈਂ ਜੋ ਸੁਣਦਾ ਉਹਦੀ ਨਿਯਮਬੰਦੀ, ਛੰਦਾਬੰਦੀ, ਉਹ ਟੈਕਨੀਕਲੀ ਹੈ। ਗੁਰਦਾਸਮਾਨ ਹੈ, ਉਹ ਟੈਕਨੀਕਲੀ ਹੈ, ਕੁਛ ਹੈ ਟੈਕਨੀਕ। ਕਿਤੇ ਕਿਤੇ ਛੰਦਾਬੰਦੀ ਦੇ ਇੱਕ ਨਿਯਮ ਨੇ, ਉਹ ਪੜ੍ਹ ਲੈਣੇ ਚਾਹੀਦੇ ਨੇ ਇੱਕ ਵਾਰ ਸਭ ਨੂੰ। ਉਹ ਤੋਂ ਬਾਅਦ ਸੁਤੇ ਸਿੱਧ ਚੀਜ਼ ਨਿਕਲਦੀ ਹੈ ਉਹ ਫਰੇਮ 'ਚੋਂ ਆਪਣੇ ਆਪੇ। ਉਹਨੂੰ ਫਿਰ ਸੋਚਣ ਦੀ ਲੋੜ ਨਹੀਂ ਮੈਂ ਕਿਹੜੇ ਛੰਦ 'ਚ ਲਿਖਣਾ ਹੈ ਨਾ। ਇੱਕ ਵਾਰ ਕਿਉਂਕਿ ਛੰਦਾਬੰਦੀ ਇੱਕ ਵਜਨ ਬਹਿਰ, ਜਿਵੇਂ ਰਿਦਮ ਹੈ, ਕਹਿਰਵੇ ਦੀਆਂ 8 ਮਾਤਰਾ ਨੇ, ਇਸ ਲਈ ਇਹਦੀ ਵੀ ਮਾਤਰਾ ਹੀ ਨੇ, ਹਰ ਚੀਜ਼ ਦੀ ਮਾਤਰਾ ਹੈ। ਜਿਵੇਂ ਕੋਰਲਾ ਛੰਦ ਹੈ, ਜੇ ਕੋਰਲਾ ਛੰਦ ਲਿਖੋ 13 ਮਾਤਰਾ, 13 ਅੱਖਰ ਨੇ ਉਹਦੇ। ਅੱਛਾ ਜੀ, 13 ਅੱਖਰ ਬਣਦੇ ਇੱਕ ਲਾਈਨ 'ਚ, 14 ਤੇ 12 ਮਾਪ ਨੇ, 13 ਦੀ ਹੈ। ਜਿਵੇਂ ਕੁਲਦੀਪ ਮਾਨਕ ਦਾ ਗੀਤ ਹੈ, ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ, ਗਿਣ ਕੇ ਦੇਖੋ, ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ 13। ਇਹ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਕੋਰਲਾ ਛੰਦ ਪੰਜਾਬ ਦਾ ਛੰਦ, ਮਸ਼ਹੂਰ ਛੰਦ ਹੈ, ਵੱਡਾ ਛੰਦ ਹੈ। ਅਤੇ ਉਹ 13 ਅੱਖਰਾਂ ਦਾ ਹੈਗਾ ਤਾਂ ਕਿਉਂ ਹੈ ਇਹ? ਹੁਣ ਕਈ ਬੰਦੇ ਉਹ ਛੰਦ 'ਚ ਲਿਖੀ ਜਾਂਦੇ, ਉਹਨੂੰ ਪਤਾ ਕੁਛ ਨਹੀਂ ਹੁੰਦਾ ਵੀ ਇਹ ਕੋਰਲਾ ਛੰਦ ਹੈ। ਅੱਛਾ। ਮੈਂ ਆਪਣਾ ਗੀਤ ਲਿਖਿਆ ਸੀ, ਮਾਸ ਦੱਸੀ ਕਾਹਦਾ ਮੱਛੀ ਤਾਂ ਨਹੀਂ ਲੱਗਦੀ, ਕੋਰਲਾ ਛੰਦ 'ਚ ਲਿਖਿਆ ਸੀ। ਤੋ ਇੱਦਾਂ ਇਹ ਗੀਤ ਹੈ ਕਵਿਤਾ ਛੰਦ, ਕਵਿਤਾ ਛੰਦ। ਅੱਛਾ ਜੀ। ਜਿੱਦਾਂ ਉਹਦੇ ਕਵਿਤਾ ਛੰਦ ਇੰਨਾ ਔਖਾ ਹੈ ਕਿ ਉਹ ਜਦ ਜੇ ਲਿਖਿਆ ਜਾਵੇ ਤਾਂ ਫਿਰ ਇੰਨਾ ਰਸ ਉਹ 'ਚ। ਦੇਖੋ ਇੱਕ ਲਾਈਨ ਦੇ 4 ਹਿੱਸੇ ਨੇ, ਪਹਿਲੇ 3 ਹਿੱਸਿਆਂ ਦਾ ਆਖਰੀ ਅੱਖਰ ਆਪਸ 'ਚ ਮਿਲਣਾ ਹੈ, ਚੌਥਾ ਖੁੱਲ੍ਹਾ। ਦੂਜੀ ਲਾਈਨ 'ਚ ਫਿਰ ਪਹਿਲੇ 3 ਦਾ ਆਖਰੀ ਮਿਲਣਾ, ਚੌਥਾ ਖੁੱਲ੍ਹਾ, ਪਰ ਚੌਥਾ ਖੁੱਲ੍ਹਾ ਪਹਿਲੇ ਖੁੱਲ੍ਹੇ ਨੂੰ ਮਿਲੂਗਾ। ਇੰਨੀ ਨਿਯਮ। साधु जैसे सत बिना आदमी जो मत बिना, गावना जो गत बिना, हो गया शोभा नहीं पाऊँदा। खूह जैसे जल बिना आदमी या कल बिना, साधु जैसे इस हिसाब नाल मैं एक जगह ते गीत तजर्बा कर तुहानूं सुणाउंदा मैं, है ना। मैं अपने एक कविता छंद नूं एक अंतर थोड़ा जिहा तजर्बा करिया है मैं। ਇੱਕ ਸਥਾਈ ਅੰਤਰ ਸੰਗਾ ਤੇ ਉਹਦਾ ਅੰਤਰਾ ਕੋਈ ਛੰਦ 'ਚ ਹੋਊਗਾ ਜੀ, ਮੁੜ ਕੇ ਫਿਰ ਉੱਚੇ ਆ ਜਾਣਾ। ਜਿਹੜਾ ਤੁਸੀਂ ਕਹਿ ਰਹੇ ਸੀ ਨਾ ਆਟਾ ਵੀ ਬੁੜ ਗਿਆ। ਅੱਛਾ ਜੀ। ਹੁਣ ਇੱਦਾਂ ਹੀ ਜਦੋਂ ਸਮਝ ਲਓ, ਹੈ ਨਾ। आटा भी बुड़क गया, छिक्कां भी आ गया, आटा भी बुड़क गया, छिक्कां भी आ गया, नाले बनेरे बोल का सईयो निश्चित कहे आऊगा जरूर हो, नहीं हो लेना मैं जीदा ना। आटा भी बुड़क गया, छिक्कां भी आ गया,
नाले बनेरे बुलकां सैयो नित कहे आऊगा जरूर वो नहीं ओ लेना मैं जीदा ना आटा भी बुड़क गया चिक्का भी आ गया औसियां पापा लई उंगली कसा वे मदरा ते निगाह सारा दिन रख दी एक छंद तो लिया औसियां पापा लई उंगली कसा वे मदरा ते निगाह सारा दिन रख दी दीप गुस्से च ख्याल आउंदा दुध दा उबाल पाके कजले दी तार बन्ना ठुक अख दी कजले दी तार बन्ना ठुक अख दी पता नहीं ओ तेरे है दमा दे लोबिया चित चित हैगियां के ना सैयो नी चित कहे आऊगा जरूर वो नहीं ओ लेना मैं जीदा ना आटा भी बुड़क गया चिक्का भी आ गया ਬਹੁਤ ਕਮਾਲ ਸੀ। ਤੁਹਾਡੇ ਕੁਝ ਚਾਹਣ ਵਾਲਿਆਂ ਨੂੰ ਤੁਹਾਡੇ ਨਾਲ ਬਹੁਤ ਹਰਖ ਵੀ ਹੈ, ਕਹਿੰਦੇ ਪਵਨ ਜਿੱਥੇ ਪਹੁੰਚਣ ਦਾ ਹੱਕਦਾਰ ਸੀ ਜਾਂ ਜੋ ਉਹਦੀ ਕਲਾ ਸੀਗੀ ਤਾਂ ਉਹ ਆਪਦੇ ਆਪ ਨੂੰ ਉੱਥੇ ਤੱਕ ਲੈ ਕੇ ਨਹੀਂ ਗਿਆ ਹੈਗਾ, ਕਿਉਂਕਿ ਕਹਿੰਦੇ ਉਹ ਬੜਾ ਸੁਸਤ ਆ ਜਾਂ ਉਹ ਇੱਕ ਸਟਰਗਲ ਨੂੰ ਫੇਸ ਨਹੀਂ ਸੀ ਕਰਨਾ ਚਾਹੁੰਦਾ। ਕਿ ਵਾਕਈ ਇਹੀ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਉੱਥੇ ਤੱਕ ਨਹੀਂ ਲੈ ਕੇ ਗਏ ਕਿਉਂਕਿ ਤੁਸੀਂ ਉਹ ਸਟਰਗਲ ਜਾਂ ਉਸ ਮੁਕਾਬਲੇ ਵਾਲੇ ਦੌਰ 'ਚੋਂ ਨਿਕਲਣਾ ਨਹੀਂ ਸੀ ਚਾਹੁੰਦੇ? ਪਤਾ ਕੀ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਸਟਰਗਲ ਕਿੱਦਾਂ ਕਰੀਦਾ। ਕਰਦਾ ਤਾਂ ਮੇਰੇ ਹੁਣ ਸਟਰਗਲ, ਮੈਂ ਤਾਂ ਵਿਹਲਾ ਤਾਂ ਬੈਠੇ ਹੀ ਨਹੀਂ ਹੈ। ਰਿਆਜ਼ ਕਰਿਆ, ਪੜ੍ਹਿਆ, ਲਿਖਿਆ, ਆਇਆ ਗਿਆ, ਇਹ ਨਹੀਂ ਪਤਾ ਲੱਗਿਆ ਮੈਨੂੰ ਐਨ ਕਿ ਕਮਰਸ਼ੀਅਲ ਕਿਸ ਤਰ੍ਹਾਂ ਹੋਣਾ, ਹੋਰ ਕੀ ਕਰਦਾ ਮੈਂ। ਉਹ ਜਿਹੜੇ ਓਛੇ ਢੰਗ ਨੇ ਉਹ ਨਹੀਂ ਮੈਂ ਬਚ ਸਕਿਆ, ਨਾ ਮੈਂ ਬਚਣੇ ਨੇ। ਉਹ ਮੈਂ ਦੇਖ ਲਏ ਕਈਆਂ ਸਟਰਗਲ ਜਿਨ੍ਹਾਂ ਦਾ ਮੈਂ ਆਈ ਵਿਟਨੈਸ ਹੈ, ਉਹ ਕਿਹੜੇ ਕਿਹੜੇ ਰਸਤਿਆਂ 'ਚ ਹੋ ਕੇ ਲੰਘੇ ਨੇ। ਨਹੀਂ ਉੱਥੇ ਪਹੁੰਚ ਕੇ ਕਈਆਂ ਦੇ ਪਰਿਵਾਰ ਨਹੀਂ ਹੱਥ 'ਚ ਰਹੇ, ਕਿਆ ਫਾਇਦਾ। ਮੈਕਸੀਮਮ ਇਹੀ ਹੈ ਲਾਈਫ 'ਚ, ਉਹਨਾਂ ਦੀ ਆਪਣੀ ਲਾਈਫ 'ਚ ਸਕੂਨ ਹੀ ਨਹੀਂ ਹੈ ਕਿਤੇ ਜਾ ਕੇ ਘਰ। ਇਹ ਨਹੀਂ ਕੋਈ ਕਿਸੇ ਨੂੰ ਉਡੀਕਦਾ, ਜੋ ਉਡੀਕਦਾ ਉਹ ਤਾਂ ਵੀ ਕੀ ਹੈ ਪਤਾ ਨਹੀਂ। ਜਿਹੜੇ ਅੱਜ ਕੱਲ੍ਹ ਕਰ ਰਹੇ ਨੇ ਇਹ ਪਤਾ ਨਹੀਂ ਫੈਮਿਲੀ ਵੱਲੋਂ ਹੀ ਲੋੜ ਹੈ ਇਹਨਾਂ ਨੂੰ ਸਾਰਾ ਕੁਛ। ਉਹ ਕੀ ਕਰ ਰਹੇ ਨੇ ਮੈਨੂੰ ਨਹੀਂ ਪਤਾ। ਕਈ ਵਾਰ ਸੋਚੀਦਾ ਜਿਵੇਂ ਸਾਡੇ ਟਾਈਮ 'ਚ ਮਾਂ ਭੈਣ ਨੂੰ ਸੁਣਾਓ, ਸ਼ਾਇਦ ਮਾਵਾਂ ਭੈਣਾਂ ਵੀ ਸੁਣ ਲੈਂਦੇ ਨੇ, ਪੈਸਾ ਉਹਨਾਂ ਦਿਖਦਾ ਆਈ ਡੋਂਟ ਨੂੰ ਪਤਾ ਕੀ ਕਰਦੇ ਨੇ ਕਿਉਂ। ਨਾ ਕੋਈ ਲੈਣ ਸਿਰੇ ਦੀ, ਨਾ ਕੋਈ ਰਿਦਮ ਸਿਰੇ ਦਾ, ਨਾ ਸਰੋਤਿਆਂ ਨੂੰ ਪਤਾ ਹੈ। ਸੁਣਨ ਵਾਲੇ ਵੀ ਇਹੋ ਜਿਹੇ ਨੇ। ਪਰ ਦੁੱਖ ਲੱਗਦਾ ਕਿਉਂਕਿ ਜਿਹੜਾ ਆਹ ਦੌਰ ਅੱਜ ਦਾ ਦੌਰ ਹੈ ਇਹ ਸਭ ਤੋਂ ਖਤਰਨਾਕ ਦੌਰ ਹੈ। ਇਸ ਦੌਰ 'ਚੋਂ ਕਿਵੇਂ ਨਿਕਲੂਗੀ ਪੰਜਾਬ ਦੀ ਜਿਹੜੀ ਯੂਥ ਹੈ ਪਤਾ ਨਹੀਂ ਲੱਗ ਰਿਹਾ। ਵਟਸਐਪ 'ਤੇ ਸੋਸ਼ਲ ਮੀਡੀਆ 'ਚ ਨਹੀਂ ਸਭ ਉਮੀਦ ਹੈ ਅੱਛੇ ਵੱਲ ਆਉਣਗੇ, ਅੱਛੇ ਦਿਨ ਆਉਣਗੇ। ਕੁਛ ਨੂੰ ਕੁਛ ਲੋਕ ਬਚਦੇ ਰਹਿਣਗੇ ਜਿਹੜੇ ਕਰ ਰਹੇ ਨੇ। ਕਈ ਬੱਚੇ ਅੱਛੇ ਗਾ ਰਹੇ ਨੇ, ਕਈ ਬੱਚੇ ਅੱਛੇ ਗਾ ਰਹੇ ਨਹੀਂ ਸਮਝੌਤਾ ਕਰ ਰਹੇ। ਨਾਮ ਲਵਾ ਤਾਂ ਲੱਗੂ ਜਾਣ ਕੇ ਲੈ ਰਹੇ ਪਰ ਨਹੀਂ, ਅੱਛੇ ਗਾ ਰਹੇ ਨੇ ਸਾਰੇ ਬੱਚੇ, ਉਹ ਵੀ ਨੇ। ਤੁਸੀਂ ਇੰਨੀਆਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਤੁਸੀਂ ਗਾ ਕੇ ਆਏ, ਦੂਰਦਰਸ਼ਨ ਤੁਹਾਨੂੰ ਇੰਨਾ ਮਾਣ ਦਿੰਦਾ ਆ। ਸਿੰਗਾਪੁਰ ਦੇ ਇੰਡੀਪੈਂਡੈਂਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੂਰੇ ਵਰਲਡ 'ਚ ਜਿੱਥੋਂ 60 ਆਰਟਿਸਟ ਆਉਂਦੇ ਨੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੁੰਦੇ ਹੋ। ਬਹੁਤ ਸਾਰੇ ਤੁਸੀਂ ਯੂਥ ਫੈਸਟੀਵਲਸ ਦੇ ਉੱਪਰ ਜੱਜਮੈਂਟ ਦਿੰਦੇ ਹੋ। ਤਾਂ ਬਹੁਤ ਜਿਹੜੇ ਮਤਲਬ ਜਿਹੜੇ ਏਡੇ ਏਡੇ ਸਾਹਿਤਕਾਰ ਜਿਨ੍ਹਾਂ ਨੂੰ ਅੱਜ ਅਸੀਂ ਮੰਨਦੇ ਹਾਂ ਉਹ ਤੁਹਾਨੂੰ ਮੰਨਦੇ ਨੇਗੇ ਕਿ ਪਵਨਦੀਪ ਮਤਲਬ ਸਵਾਦ ਆਉਂਦਾ ਹੁੰਦਾ ਸੀਗਾ ਉਹਨਾਂ ਨੂੰ ਸੁਣ ਕੇ, ਹੈ ਨਾ। ਕਿਤੇ ਤੁਹਾਨੂੰ ਕਦੇ ਵੀ ਕਿਸੇ ਚੀਜ਼ ਨੇ ਇਹ ਸੋਚਣ ਲਈ ਜਾਂ ਕਦੇ ਤੁਹਾਨੂੰ ਮਜਬੂਰ ਨਹੀਂ ਕੀਤਾ ਹੈਗਾ ਕਿ ਮੈਂ ਵਾਕਈ ਪਿੱਛੇ ਰਹਿ ਗਿਆ? ਕਿਉਂਕਿ ਖੰਨੇ ਸ਼ਹਿਰ ਦੇ ਵਿੱਚੋਂ ਵੀ ਬਹੁਤ ਵੱਡੇ ਵੱਡੇ ਕਲਾਕਾਰ ਹੋਏ ਨੇਗੇ। ਹਾਂ, ਸਾਰੇ ਮੇਰੇ ਨਾਲ ਬੈਠ ਜ਼ਰੂਰ ਤਾਂ ਰਹੇ ਨੇ ਜਿਹੜੇ ਬੜੇ ਬੜੇ ਹੋਏ ਨੇ। ਸਾਰਿਆਂ ਕੋਲ ਮੇਰੀ ਕੰਪੀਟੀਸ਼ਨ ਬੋਲਦੀਆਂ ਨੇ। ਅੱਛਾ। ਲਾਭ ਜੰਜੂਆ ਮੇਰੇ ਨਾਲ ਕਾਫੀ ਰਿਹਾ, ਬਹੁਤ ਜ਼ਿਆਦਾ ਰਿਹਾ। ਮੈਂ ਹੁਣ ਚੈਨਲ ਤੋਂ ਕਹਿ ਨਹੀਂ ਸਕਦਾ ਕਿ ਮੈਂ ਕੀ ਕਰਿਆ ਉਹਦੇ ਲਈ। ਇਹ ਕਹਿਣਾ ਲਾਊਡ ਹੁੰਦਾ ਸਾਰਾ ਕੁਛ, ਜਾਂ ਕਿਸੇ ਦੀ ਗੱਲ ਕੋਈ ਫੋਲਣੀ ਉਹ ਵੀ ਲਾਊਡਨੈਸ ਹੈ। ਪਰ ਕਾਫੀ ਕੁਛ ਸਾਂਝਾ ਸਾਰੇ ਨਾਲ। ਪਰ ਉਹ ਮੈਨੂੰ ਇਹੀ ਪਤਾ ਵੀ ਜਿਹੜੇ ਐਂ ਰਸਤੇ ਨੇ ਉਹ ਮੇਰੇ ਤੋਂ ਜਾ ਹੋਏ। ਮੈਨੂੰ ਤਾਂ ਸਿੰਪਲ ਜਿਵੇਂ ਮੈਂ ਬਲਵਿੰਦਰ ਕੋਲ ਜਾ ਰਿਹਾ ਨਾ,
ਮੈਨੂੰ ਸਿੱਧਾ ਹੀ ਬਸ ਮੇਲੇ ਵਾ ਠੀਕ ਹੈ। ਉਹ ਜਿਵੇਂ ਮੈਨੂੰ ਅਪਣਾ ਲਿਆ ਇਹ ਸੁੱਤੇ ਸਿੱਧੇ ਜਿੱਥੇ ਜਾਵਾਂ ਬਸ ਉਹ ਮੈਨੂੰ ਪ੍ਰੋਬਲਮ ਨਾਲ ਸੋਚਣ ਦੀ ਉਹ ਨਹੀਂ ਛੇਤੀ ਕਰੇ ਹੋ ਸਕਿਆ। ਮੈਂ ਤਾਂ ਕਈ ਰਿਕਾਰਡਿੰਗਾਂ ਛੱਡਤੀਆਂ ਹੋਈਆਂ ਨਹੀਂ। ਤੁਸੀਂ ਤੇ ਕਹਿੰਦੇ ਬਣੀ ਬਣੀ ਟੇਪ ਵੀ ਛੱਡੇ ਆਉਂਦੇ ਸੀਗੇ। ਹੋਇਆ ਇਹ ਵੀ ਹੋਇਆ ਉਹ ਤਾਂ ਉਹੀ ਨਾ ਮੈਂ ਲਾਊਡ ਬੋਲਿਆ ਨਾ ਮੈਂ ਲਾਊਡ ਹੋਣ ਦਿੱਤਾ ਕਿਸੇ ਨੂੰ। ਨਹੀਂ ਮੈਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਫਲਾਣਾ ਸਿੰਗਰ ਕੋਰਸ ਵਾਲਾ ਉਹ ਤੋਂ ਬੁਲਵਾ ਲਓ ਉਹ ਉਸ ਟਾਈਮ ਹਿੱਟ ਹੈ ਤਾਂ ਕੀ ਕਰ ਲੈ ਕੋਰਸ ਕਿਹੜਾ ਪਛਾਣ ਹੈ ਕੰਮ ਲੈ ਲਓ ਤੂੰ ਉਹ ਤਾਂ ਖਿੱਚ ਜਾਣਾ। ਜੇ ਮੈਂ ਤੇ ਜੱਸੀ ਮਿਲ ਕੇ ਸਰਦੂਲ ਦੇ ਗਾਣੇ 'ਚ ਕੋਰਸ ਬੋਲ ਕੇ ਆ ਸਕਦੇ ਹੋ ਸਾਡਾ ਕੀ ਵਿਗੜ ਗਿਆ। ਕੋਰਸ ਹੀ ਗਾਇਆ ਰਲ ਕੇ ਬਾਅਦ 'ਚ ਪਤਾ ਵੀ ਨਹੀਂ ਲੱਗਦਾ ਕਿਹਦੀ ਆਵਾਜ਼ ਹੈ। ਉਹ ਜਿਹਾ ਸਮਝ ਕੇ ਤੁਸੀਂ ਵੜ ਜਾਓ ਜੀ ਮਾਰਾ ਠੀਕ ਹੈ ਵੜ ਗਏ ਗਏ ਅਸੀਂ ਮੈਂ ਵੀ ਗਿਆ ਸੀਗਾ ਗਾਣਾ ਸੀ ਕੋਈ ਉਹਨਾਂ ਦਾ ਮੈਂ ਹੁਣ ਭੁੱਲ ਗਿਆ ਪਰ ਇੰਨੀ ਨਹੀਂ ਗਲਤੀ ਵਿੱਚ ਬੰਦੇ ਇਤਰਾਜ਼ ਮੰਨ ਜਾਂਦੇ ਨੇ ਕਈ ਵਾਰ। ਕਹਿੰਦੇ ਕਈ ਵਾਰ ਤੁਹਾਡੇ ਸਟੇਜ ਚੜ੍ਹਨ ਤੋਂ ਵੀ ਇਤਰਾਜ਼ ਕਰ ਦਿੰਦੇ ਸੀ ਉਸ ਟਾਈਮ ਦੇ ਜਿਹੜੇ ਮਕਬੂਲ ਗਾਇਕ ਹੁੰਦੇ ਸੀ ਕਿਉਂਕਿ ਉਦੋਂ ਤੁਸੀਂ ਪ੍ਰੋਫੈਸ਼ਨਲੀ ਨਹੀਂ ਸ਼ੁਰੂ ਕੀਤਾ ਸੀਗਾ। ਕਿਸੇ ਵੱਡੇ ਗਾਇਕ ਦੀ ਸਟੇਜ ਲੱਗਣੀ ਹੁੰਦੀ ਸੀ ਤੁਸੀਂ ਪਹਿਲਾਂ ਜਾ ਕੇ ਜਦੋਂ ਗਾਉਂਦੇ ਸੀਗੇ ਤਾਂ ਆਡੀਅנס ਤੁਹਾਡੇ ਵੱਲ ਹੋ ਜਾਂਦੀ ਸੀ ਕਿ ਫਿਰ ਪ੍ਰਬੰਧਕਾਂ ਨੂੰ ਕਿਹਾ ਜਾਂਦਾ ਸੀ ਅਗਲੀ ਵਾਰ ਦੇ ਲਈ ਵੀ ਲੋਕਲ ਗਾਇਕ ਨਾ ਹੋਵੇ ਕੋਈ। ਹਾਂ ਦੇਖੋ ਦੀਦਾਰ ਸੰਧੂ ਦੀ ਸਟੇਜ 'ਤੇ ਮੈਂ ਗਿਆ ਇੱਕ ਵਾਰ ਮੈਂ ਸਾਰੇ ਸਟੇਜ ਜਾਂਦਾ ਰਿਹਾ ਜਦੋਂ ਉਦੋਂ ਥੋੜ੍ਹਾ ਜਵਾਨੀ ਹੁੰਦੀ ਹੈ ਨਾ ਸਰੀਰ ਦਾ ਦਿਖਦਾ ਵੀ ਅਟਰੈਕਸ਼ਨ ਹੁੰਦੀ ਨਾਲ ਥੋੜ੍ਹੀ ਜਿਹੀ ਕਈ ਚੀਜ਼ਾਂ ਦੀ ਮਤਲਬ ਤੁਹਾਡੇ ਕੋਲ ਗੁਰੂਤਾ ਹੁੰਦੀ ਹੈ ਤਾਂ ਉਹ ਸਭ ਤੋਂ ਮੈਨੂੰ ਵਧੀਆ ਲੱਗੇ ਨੇ ਗਾਇਕ ਕੁਲਦੀਪ ਮਾਣਕ। ਸਭ ਤੋਂ ਮਾੜਾ ਐਕਸਪੀਰੀਅੰਸ ਮੈਨੂੰ ਕੁਲਦੀਪ ਮਾਣਕ ਦਾ। ਅੱਛਾ ਸਭ ਤੋਂ ਵਧੀਆ ਐਕਸਪੀਰੀਅੰਸ ਮੈਨੂੰ ਸਦੀਕ ਸਾਹਿਬ ਦਾ। ਅੱਛਾ ਜੀ ਜਿਹੜੇ ਸਟੇਜ 'ਤੇ ਉਹ ਇੱਕ ਵਾਰ ਗਿਆ ਉਹਨਾਂ ਭੁੱਲ ਸੀਨੀਅਰ ਗਾਇਕ ਨੇ ਭੁੱਲ ਵੀ ਗਏ ਹੋਣੇ ਤਾਂ ਵਿਚਾਰੇ ਰਾਮਗੜ੍ਹ ਪਿੰਡ 'ਚ ਗਏ ਸੀ ਮੈਂ ਗਾਇਆ ਰਾਤ ਨੂੰ ਮੇਰੇ ਉੱਠ ਕੇ ਹਾਰਮੋਨੀਅਮ ਵਜਾਉਣ ਲੱਗ ਗਏ ਉਹ ਮੈਨੂੰ ਆਨੰਦ ਆ ਗਿਆ ਕਿਆ ਨਾ ਦਿੱਤਾ ਨਾ ਲਿਆ। ਮੈਨੂੰ ਇਸ ਕਿ ਮੈਂ ਇੱਕ ਦੋ ਗੀਤ ਗਾ ਕੇ ਰਾਜਾ ਜੀ ਆਇਆ ਸੀ ਮੈਂ 1500-1600 ਰੁਪਏ ਮੇਰਾ ਬਣ ਜਾਣਾ ਸੀਗਾ ਲੋਕ ਆ ਕੇ ਦੇ ਰਹੇ ਸੀ ਚੱਲ ਮੇਰਾ 5 ਦਿਨ ਵਧੀਆ ਸੋਹਣਾ ਲੱਗ ਮੈਂ ਆਪ ਲੈ ਕੇ ਆਇਆ। ਦੀਦਾਰ ਸੰਧੂ ਸਟੇਜ 'ਤੇ ਕੀ ਹੋਇਆ ਕਿ ਮੈਂ ਲੱਗਿਆ ਗਾਉਣ ਬੁਲਾ ਲਿਆ ਮੈਨੂੰ ਸਾਰਿਆਂ ਨੂੰ ਹੁੰਦਾ ਸੀ ਵੀ ਉਹ ਵੀ ਆਊਗਾ ਚੱਲ ਜੇ ਮੈਂ ਸਟੇਜ ਚੜ੍ਹ ਗਿਆ ਸੈਕਟਰੀ ਸਾਹਿਬ ਦੇ ਕਹਿੰਦੇ ਸਾਡਾ ਪਿੱਛਾ ਵੀ ਛੱਡ ਦੇ ਕਿਤੇ। ਮੈਂ ਕਿਹਾ ਵੀ ਭਾਈ ਠੀਕ ਹੈ ਭਾਈ ਕੀ ਗਿਆ ਮੈਂ ਇੱਕ ਅੱਧਾ ਗੀਤ ਗਾਉਣਾ ਯਾਰ ਤਾਂ ਬਾਕੀ ਤੁਹਾਡਾ ਹੀ ਸਾਰਾ ਕੁਛ ਚੱਲਿਆ ਗਿਆ ਜਾਣੀ ਉਹ ਇੱਦਾਂ ਹੋਇਆ ਫਿਰ ਜੀ। ਜਿਹੜੇ ਤੁਹਾਡਾ ਗੀਤ ਹੈ ਜਿਹਦਾ ਅਕਸਰ ਸਾਰੇ ਜ਼ਿਕਰ ਕਰਦੇ ਨੇ ਮਾਂ ਦੀ ਲੋਰੀ ਜਾਂ ਫਿਰ ਖਾਕੀ ਜੀਪ ਇਹਨਾਂ ਦੇ ਕਹਿੰਦੇ ਜਿਹੜੇ ਆਖਰੀ ਅੰਤਰੇ ਨੇ ਉਹ ਤੁਸੀਂ ਗੀਤ ਪੂਰਾ ਹੋਣ ਤੋਂ 2-2 3-3 ਸਾਲ ਬਾਅਦ ਲਿਖੇ ਨੇ। ਮੈਨੂੰ ਆਹੀ ਤਾਂ ਮੈਂ ਕਈ ਬੰਦੇ ਕਹਿੰਦੇ ਮੈਂ 1000 ਗੀਤ ਲਿਖਤਾ ਕਈ ਕਹਿੰਦੇ 2000 ਲਿਖੇ ਪਏ ਨੇ ਮੇਰੇ ਤੋਂ 6 ਮਹੀਨੇ 'ਚ ਗੀਤ ਲਿਖਣ। ਮੇਰੇ ਕੋਲ ਨਾ ਇੱਕ ਮੁੰਡਾ ਹੁੰਦਾ ਸੀ ਮੇਰੇ ਆਫਿਸ 'ਚ ਬਾਹਰ ਬੈਠੇ ਰਾਈਟਰ ਨਹੀਂ ਬੈਠੇ ਹੁੰਦੇ ਉਹਨੂੰ ਮੈਂ ਸ਼ੁਰੂ ਕਰਾਇਆ ਲਿਖਣਾ ਉਹ ਐਸਾ ਲਿਖਣਾ ਸ਼ੁਰੂ ਹੋਇਆ ਮੈਂ ਲੰਚ 'ਤੇ ਜਾਣਾ ਮੇਰੇ ਆਉਂਦੇ ਨੂੰ 5 ਗੀਤ ਹੋ ਗਏ ਤਿਆਰ ਹੈਂ 3 ਹੋ ਗਏ ਜੀ ਅੱਜ ਉਹ ਰੰਮੀ ਗੋਲ ਰਾਈਟਰ ਹੋਇਆ ਬਾਅਦ 'ਚ। ਅੱਛਾ ਜੀ ਹਾਂ ਸੁਣਿਆ ਹੋਣਾ ਰੰਮੀ ਗੋਲ ਕਿਸੇ ਨੇ ਤਾਂ ਉਹ ਤੁਹਾਨੂੰ ਇੰਨਾ ਸਮਾਂ ਕਿਉਂ ਲੱਗ ਜਾਂਦਾ ਸੀਗਾ ਜਾਂ ਤੁਹਾਨੂੰ ਕਿਉਂ ਲੱਗਦਾ ਸੀਗਾ ਵੀ ਹਲੇ ਗੀਤ ਪੂਰਾ ਨਹੀਂ ਹੋਇਆ? ਨਹੀਂ ਹੋਇਆ ਨਹੀਂ ਸੀ ਫਿਰ ਮੇਰਾ 2 ਨਾਲ ਵੀ ਸਰੀ ਗਿਆ 2 ਤਾਂ ਵੀ ਸਰੀ ਗਿਆ ਤੀਸਰਾ ਤਾਂ ਕਿਉਂਕਿ ਮੈਨੂੰ ਚੱਜ ਦਾ ਮਿਲਿਆ ਹੀ ਨਹੀਂ ਹੈ। ਜਦੋਂ ਮਿਲ ਗਿਆ ਮੈਂ ਜਦੇ ਗਾਉਣ ਲੱਗ ਗਿਆ ਮੈਂ ਉਹਨੂੰ ਵੀ ਖਾਕੀ ਜੀਵ ਦਾ ਚੌਥਾ ਅੰਤਰ ਮੈਂ 3-4 ਸਾਲ ਬਾਅਦ ਗਾਇਆ ਮੈਂ ਗੁਰਪਾਲ ਲਿਟ ਸ਼ਾਇਦ ਸਾਡੇ ਖੰਨੇ ਕਹਾਣੀਕਾਰ ਹੋਏ ਨੇ ਮੈਂ ਉਹ ਕੁਛ ਲਿਖਿਆ ਉਹ ਚੌਥਾ ਅੰਤਰ 4 ਅੰਤਰ ਸੀਗੇ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਸਰਕਾਰੀ ਮੁਆਵਜ਼ਾ ਲੈਣਾ ਕੋਈ ਸਰਕਾਰੀ ਕੋਈ ਨੰਬਰ ਲੈਣਾ ਕੋਈ ਇਹ ਚੌਥਾ ਨੂੰ ਸਰਕਾਰੀ ਨੂੰ ਖੁਸ਼ ਕਰ ਸਰਕਾਰ ਨੂੰ ਖੁਸ਼ ਕਰਨ ਦੇ ਖਾਤੇ ਮੈਨੂੰ ਵੀ ਸਮਝ ਆਈ ਗੱਲ ਮੈਂ ਛੱਡਤਾ ਉਹ। ਅੱਛਾ ਜੀ ਉਹ ਬਹੁਤ ਸੁਲਝੇ ਹੋਏ ਬੰਦੇ ਸੀ ਗੁਰਪਾਲ ਲਿਟ ਜੀ ਨਾਮੀ ਕਹਾਣੀਕਾਰ ਨੇ ਅਤੇ ਫਿਰ ਜਾ ਕੇ ਜਦੋਂ ਬਣਿਆ ਤਾਂ ਬਾਕੀ ਉਹ ਕਲਾਈਮੈਕਸ ਦਾ ਗਾਣਾ ਸੀ ਨਾ ਤੁਹਾਨੂੰ ਸੁਣ ਉਹੀ ਅੰਤਰਾ ਚੌਥਾ ਅੰਤਰਾ। ਇੱਕ ਛੰਦ ਹੁੰਦਾ ਕੁੰਡਲੀਆਂ ਹਾਂ
ਉਹ ਹੁੰਦਾ ਵੀ ਜਿਹੜੀ ਗੱਲ ਤੇ ਮੁੱਕ ਗਿਆ, ਜਿਹੜੇ ਅੱਖਰ ਤੇ ਮੁੱਕ ਗਿਆ, ਦੂਜੀ ਲਾਈਨ ਉਹ ਅੱਖਰ ਤੋਂ ਚੱਲਣੀ ਆ। ਅੱਛਾ ਜੀ। ਹਾਂ, ਤੀਜੀ ਲਾਈਨ ਉਹ ਅੱਖਰ ਤੋਂ ਚੱਲਣੀ ਆ। ਇਹ ਉਹ ਤਾਂ ਮੈਂ ਥੋੜ੍ਹਾ ਜਿਹਾ ਸਥਾਈ ਚੱਕੀ ਸੀ ਟੇਸਟ ਲਈ, ਬਾਕੀ ਉਹ ਲੱਗ ਗਿਆ ਖੁੱਲ੍ਹਾ ਗੀਤ ਹੈ ਇਹ। ਖਾਖੀ ਜੀਪ ਦਰਾਂ ਤੇ ਆ ਖੜ ਗਈ, ਹਾਏ ਓ ਰੱਬਾ ਖੈਰ ਕਰੀ, ਰੱਬਾ ਖੈਰ ਕਰੀ ਉਹਦੇ ਦਮ ਦੀ, ਉਹ ਜਿਹੜਾ ਜੰਗ ਨੂੰ ਗਿਆ, ਗਿਆ ਘਰ ਤੋਂ ਮੂੰਗੀਆ ਪਾ ਕੇ, ਮੁੜ ਆਇਆ ਚਿੱਟੇ ਪਹਿਨ ਕੇ, ਜਦੋਂ ਕੱਪੜਾ ਮੂੰਹ ਤੋਂ ਸਰਕਾਇਆ, ਹਾਏ ਓ ਰੱਬਾ ਮੈਂ ਲੁੱਟ ਗਈ ਵੇ ਨੇਰ ਪੈ ਗਿਆ। ਉੱਠ ਬੱਚਾ ਉੱਠ, ਬਚਪਨ ਵਾਂਗੂ ਖੇਲ ਵੇ, ਤੋਤਲੀ ਜ਼ੁਬਾਨ ਵਿੱਚ ਮੰਗ ਮੈਥੋਂ ਰੇਲ ਵੇ। ਉੱਠ ਬੱਚਾ ਉੱਠ, ਬਚਪਨ ਵਾਂਗੂ ਖੇਲ ਵੇ, ਤੋਤਲੀ ਜ਼ੁਬਾਨ ਵਿੱਚ ਮੰਗ ਮੈਥੋਂ ਰੇਲ ਵੇ। ਦੀਪ ਕਰਕੇ ਜਵਾਨ ਪੁੱਤ ਖੋਣੇ, ਐਦੋਂ ਮਾਵਾਂ ਬਾਝ ਚੰਗੀਆਂ, ਮਾਂ ਬਣ ਕੇ ਕਦੀ ਤੂੰ ਵੀ ਜੰਮੇ, ਤੈਨੂੰ ਵੀ ਰੱਬਾ ਪਤਾ ਲੱਗ ਜੂ ਕਿਉਂ ਨੇਰ ਪੈ ਗਿਆ ਵੇ, ਨੇਰ ਪੈ ਗਿਆ, ਹਾਏ ਨੇਰ ਪੈ ਗਿਆ। ਇਹ ਗੀਤ ਮੈਂ ਬਹੁਤ ਘੱਟ ਗਾਇਆ, ਜੇ ਕਿਤੇ ਗਾਇਆ ਤੇ ਉਸ ਤੋਂ ਬਾਅਦ ਮੇਰੀ ਸਟੇਜ ਨਹੀਂ ਚੱਲੀ ਮੇਰੀ, ਇਹ ਮੈਨੂੰ ਹੋਰ ਗਾਉਣਾ ਨਹੀਂ ਪਿਆ, ਉੱਥੋਂ ਉਹਨੂੰ ਰੁਕ ਜਾਣਾ ਪਿਆ, ਇਸ ਲਈ ਗੀਤ ਮੈਂ ਬਹੁਤ ਘੱਟ ਗਾਉਂਦਾ ਸੀ। ਤਾਂ ਉਸ ਤੋਂ ਬਾਅਦ ਲੋਕ ਸੁਣਨ ਨੂੰ ਤਿਆਰ ਨਹੀਂ ਸੀ, ਤਾਂ ਕੁਛ ਨਾ ਮਾਹੌਲ ਇਹੋ ਜਿਹਾ ਬਣ ਜਾਂਦਾ ਸੀ, ਨਾ ਮਿੱਤੂ ਗਾਉਂਦਾ ਸੀ। ਅਖੀਰ ਇਹ ਗੀਤ ਕਈ ਵਾਰ ਐਸਾ ਹੁੰਦਾ ਹੈ, ਗੀਤ ਮੇਰੇ ਲਈ ਤੁਹਾਡੇ ਬੇਟੇ ਦੀ ਡੈਥ ਹੋਈ 2005 ਦੇ ਵਿੱਚ, ਜਵਾਨ ਸੀਗੇ। ਗੁਰਪਾਲ ਜੀ ਨੇ ਉਦੋਂ ਬੋਲੇ ਸੀ ਸਟੇਜ 'ਤੇ ਕਿ ਮੇਰੇ ਗੀਤ ਮੇਰੇ 'ਤੇ ਸੱਚ ਹੋ ਗਿਆ। ਉਹ ਕੋਈ ਗੱਲ ਨਹੀਂ, ਚਲੋ ਹੁੰਦਾ ਰਹਿੰਦਾ। ਸਭ ਆਪਣੇ ਸਮੇਂ ਨਾਲ ਆਏ ਨੇ, ਆਪਣੇ ਨਾਲ ਸਮਾਂ ਨਿਬੇੜ ਕੇ ਸਭ ਨੇ ਚੱਲ ਜਾਣਾ ਤਾਂ ਹੈ। ਤਾਂ ਕੋਈ ਗੱਲ ਨਹੀਂ, ਆਪਾਂ ਬੈਠੇ, ਕੋਈ ਗੱਲ ਨਹੀਂ। ਇਹ ਤਾਂ ਗੀਤ ਸਾਰੇ ਲਈ ਹੈ, ਸੱਚਾਈ ਹੈ, ਇੱਕ ਸਭ ਦੀ ਸੱਚਾਈ ਹੈ। ਤਾਂ ਇੱਕ ਮੈਂ ਵੈਸੇ ਲਿਖਿਆ ਸੀ, ਇੱਕ ਫੌਜੀ ਦੀ ਆਮਦ 'ਤੇ, ਇਹਨੂੰ ਵੀ ਸ਼ੂਟ ਕਰਨ ਦਾ ਬਣਾਇਆ ਸੀ, ਪਰ ਜਦ ਨੂੰ ਉਹਨਾਂ ਦੀ ਬਦਲੀ ਹੋ ਗਈ, ਫਿਰ ਮੁੜ ਕੇ ਅਸੀਂ ਵੀ ਹੋਰ ਕੰਮ ਪੈ ਗਏ। ਉਸ ਤੋਂ ਬਾਅਦ ਸਦੂਲ ਜੀ ਨੇ ਵੀ ਗਾਇਆ 2-3 ਵਾਰ ਕਈ ਜਗ੍ਹਾ 'ਤੇ। ਜਦੋਂ ਕਿਤੇ ਕੁਝ ਲੱਗਦਾ ਹੈ, ਉਦੋਂ ਪਤਾ ਨਹੀਂ ਕੀ ਕਾਰਗਲ ਦਾ ਹੋਇਆ ਸੀ, ਜਦੋਂ ਗਾਇਆ ਸੀ ਉਹਨਾਂ ਨੇ। ਹੁਣ ਵੀ ਮੇਰੇ ਕੋਲ ਸ਼ਾਇਦ ਲੈ ਕੇ ਗਏ ਨੇ, ਇੱਕ ਦਿਨ ਲਿਆ ਤੋਂ। ਪ੍ਰਾਈਵੇਟ ਮਾਮਲਾ ਨਾਂ ਦੀ ਵੀ ਕੋਈ ਤੁਹਾਡੀ ਟੇਪ ਆਈ ਸੀਗੀ? ਜਿਹਦੇ ਗੀਤਕਾਰ ਫਿਲਮੀ ਗੀਤਕਾਰ ਸੀਗੇ, ਉਹ ਸੁਰਜੀਤ ਕਾਫਰ ਸੀਗੇ ਇੱਕ ਲੁਧਿਆਣੇ ਤੋਂ। ਉਹ ਲਿਖਦੇ ਸੀ, ਮੇਰੇ ਮਿੱਤਰ ਸੀ, ਮੇਰੇ ਮਹਿਕਮੇ ਸੀਗੇ। ਅੱਛਾ। ਤਾਂ ਮੈਨੂੰ ਇਹ ਸੀ ਕਿ ਇਹਦਾ ਕੁਛ ਹੋਵੇ, ਕੁਛ ਇਹਦਾ ਬਣ ਜਾਵੇ। ਮੇਰਾ ਉਦੋਂ ਸੀਗਾ ਕੁਛ, ਮਤਲਬ ਮੈਨੂੰ ਬਿਨਾਂ ਕਹਿ ਸਕਦੇ ਮੈਨੂੰ ਸੀਗਾ ਵੀ ਚੱਲ ਇਹਦਾ ਕੁਛ ਬਣ ਜਾਊਗਾ। ਤਾਂ ਮੈਨੂੰ ਖੁਸ਼ੀ ਸੀ ਵੀ ਮੈਂ ਇਹਦਾ ਕੁਛ ਕਰ ਦੇਵਾਂ। ਪਰ ਉਹ ਗੀਤ ਉਹਨਾਂ ਦੇ ਕੁਛ ਹੋਰ ਤਰ੍ਹਾਂ ਦੇ ਵਿਸ਼ੇ ਸੀਗੇ, ਪਰ ਮੈਂ ਗਾ ਦਿੱਤੇ ਬਸ। ਮੈਂ ਕਦੇ ਗਾਏ ਨਹੀਂ ਸਟੇਜ 'ਤੇ ਉਹ ਗੀਤ, ਕਦੇ ਵੀ ਨਹੀਂ ਗਾਏ, ਲੇਕਿਨ ਕੰਪੋਜ਼ੀਸ਼ਨਾਂ ਬਣਾਈਆਂ ਹੋਈਆਂ, ਹੋ ਗਈਆਂ। ਚਲੋ ਮਹਿਕਮੇ ਦੇ ਸੀਗੇ ਬੰਦੇ, ਉਹਨਾਂ ਦੀ ਆਪਣੀ ਲੋੜ ਹੈ। ਤੁਸੀਂ ਫਿਲਮ ਹਮ ਤੀਨ ਦੇ ਲਈ ਵੀ ਹਿੰਦੀ ਗੀਤ 2 ਰਿਕਾਰਡ ਕਰਵਾਏ ਸੀਗੇ। ਇਹ ਹਰਜਿੰਦਰ ਬਲ ਹੋਰਾਂ ਨੇ ਲਿਖਿਆ ਹੋਇਆ ਸੀ ਆਪਣੇ ਇੱਕ ਆਰਟੀਕਲ ਦੇ ਵਿੱਚ ਤੁਹਾਡੇ ਬਾਰੇ, ਕਿ ਪਵਨ ਹੋਰਾਂ ਨੇ ਇੱਕ ਫਿਲਮ ਸੀਗੀ ਹਮ ਤੀਨ,
ਉਹਦੇ ਵਿੱਚ 2 ਗਾਣੇ ਉਹਨਾਂ ਨੇ ਰਿਕਾਰਡ ਕਰਵਾਏ ਸੀ। ਅੱਛਾ, ਬਾਹਰ ਉਹਨਾਂ ਨੇ ਲਿਖਿਆ, ਮੈਨੂੰ ਹੁਣ ਦੇਰ ਹੋ ਗਈ ਪੜ੍ਹੇ ਨੂੰ, ਇਹ ਉਦੋਂ ਦਾ ਯਾਦ ਹੈ ਮੈਨੂੰ। ਪਰ ਅਸਲ 'ਚ ਮੈਂ ਨਾ ਇੱਕ ਵਾਰ ਬੰਬੇ ਗਿਆ ਸੀ, ਮੈਂ ਕਿਸੇ ਹੋਰ ਬੰਦੇ ਲਈ ਗਿਆ ਸੀ। ਮੈਂ ਮੇਰੇ ਪਿੰਡ ਦੇ ਇੱਕ ਮੁੰਡਾ ਸੀ, ਉਹ ਮੈਨੂੰ ਕਹਿੰਦਾ ਸੀ ਮੈਨੂੰ ਥੋੜ੍ਹਾ ਪ੍ਰਮੋਟ ਕਰੋ। ਮੈਂ ਉਹ ਮੇਰ ਮਿੱਤਲ ਉਹਨਾਂ ਨੂੰ, ਉਹ ਮੁੰਡਾ ਸੋਹਣਾ, ਸ਼ੂਟਿੰਗ ਦੇਖਦੇ ਸੀ, ਉਹਨੂੰ ਨਾਲ ਲੈ ਗਿਆ। ਉਹ ਮੇਰ ਮਿੱਤਲ ਉਹਨਾਂ ਨੂੰ ਕਾਫੀ ਫਿਲਮਾਂ 'ਚ ਐਜ ਏ ਅਸਿਸਟੈਂਟ ਰੱਖਿਆ। ਕਦੇ ਉਹ ਕਹਿੰਦਾ ਫਿਰ ਬਣਿਆ ਕੁਛ ਨਹੀਂ। ਤਾਂ ਮੈਂ ਉਹਨੂੰ ਲੈ ਕੇ ਇੱਕ ਫਿਲਮ ਬਣਵਾਈ, ਘਰੇ ਸੱਦ ਲਏ ਸਾਰੇ, ਜਿਹਨੇ ਇੱਕ ਰਾਈਟਰ ਸੱਦ ਲਿਆ, ਇੱਕ ਦਵਿੰਦਰ ਖੰਨੇ ਵਾਲਾ, ਬੁੱਗਾ ਜੀ, ਇਹ ਬਣਾ ਲਏ ਸਾਰੇ। ਇਹ ਦੋ ਸਿੰਘ ਹੀਰੋ ਬਣਾ ਲਏ, ਸਟੋਰੀ ਲਿਖਾਈ, ਤਾਂ ਉਸ ਫਿਲਮ ਸ਼ੂਟ ਕਰਾ ਲਈ। ਉਹਦੇ ਕਰਕੇ ਮੈਂ ਬੰਬੇ ਗਿਆ ਸੀ। ਮੈਂ ਉਦੋਂ ਕਿਤੇ ਉਹ 15 ਕੁ ਦਿਨ ਮੈਂ ਰਿਹਾ। 15 ਦਿਨਾਂ 'ਚ ਮੈਨੂੰ 3-4 ਗਾਣੇ ਮਿਲ ਗਏ ਗਾਉਣ ਲਈ। ਇੱਕ ਗਾਣਾ ਸੀ ਮਹਿੰਦਰ ਕਪੂਰ ਜੀ ਨਾਲ, ਇੱਕ ਸੁਧੀਰ ਕੁਮਾਰ ਜੀ ਨਾਲ, ਇੱਕ ਹੋਰ ਸੀ ਕੋਈ ਰਾਧਾ ਪੁਰਵਾਲ ਜੀ ਨਾਲ ਸੀ। ਇੱਦਾਂ ਕਰਕੇ ਉਹ ਮੈਂ ਪੁੱਛਦਾ, ਜੋ ਟਾਈਮ ਕੈਸਟਾਂ ਜ਼ਮਾਨੇ ਸੀ ਉਦੋਂ ਸੁਣੀ ਜਾਂਦੇ ਸੀ। ਉਹ ਇਹ ਕਹਿੰਦੇ ਤੀਸਰੇ ਹਮ ਤੀਨ 'ਚ ਆਇਆ। ਉਹ ਮੈਨੂੰ ਨਹੀਂ ਪਤਾ ਕਿਹੜੀ 'ਚ ਆਇਆ। ਉਹ ਮੈਨੂੰ ਤਾਂ ਉਹ ਕਹਿੰਦੇ ਕਿਸੇ ਟੈਲੀਫਿਲਮ ਲਈ ਆਇਆ ਜਾਂ ਕੁਛ ਹੋਰ ਹੈ। ਯਾਨੀ ਮੈਂ ਕਰਕੇ ਆ ਗਿਆ, ਮੁੜ ਕੇ ਮੈਨੂੰ ਜਾ ਵੀ ਨਹੀਂ ਹੋਇਆ। ਮੇਰੇ ਕੋਲ ਕਾਫੀ ਦੇਰ ਮੇਰੇ ਕੋਲ ਕੈਸਟ ਹੁਣੇ ਪਈ ਹੋਣੀ ਕਿਤੇ, ਉਦੋਂ ਗਿਆ ਸੀ ਮੈਂ, ਉਦੋਂ ਹੀ ਹੋਣਾ ਹੁਣ ਇਹ। ਉਹ ਫਿਰ ਹਿੰਦੀ ਗਾਣੇ ਤੁਹਾਡੇ ਰਿਲੀਜ਼ ਹੋਏ ਜਿਹੜੇ ਤੁਸੀਂ ਉਦੋਂ ਗਾਏ ਉੱਥੇ ਹੀ ਹੋਏ ਨੇ, ਉਹਨਾਂ ਦੀ ਕਰੇ। ਮੈਂ ਨਹੀਂ ਕੁਛ, ਮੇਰੇ ਕੋਲ ਪੈਸੇ ਪਏ ਨੇ। ਉਹਨਾਂ ਨੇ ਕਰੇ ਕਿ ਨਹੀਂ ਕਰੇ, ਮੈਂ ਮੁੜ ਕੇ ਜਾ ਨਹੀਂ ਪਾਇਆ। ਇਹੀ ਤਾਂ ਮੇਰਾ ਫਾਲੋਅਪ ਨਹੀਂ ਰਿਹਾ ਕਿਸੇ ਚੀਜ਼ 'ਚ। ਇਹਦਾ ਫਾਲੋਅਪ ਕਰਨਾ ਚਾਹੀਦਾ। ਆਹੀ ਤਾਂ ਕਮੀ ਹੁਣ, ਹੋ ਸਕਦਾ ਇਹੀ ਕਮੀ ਹੁਣ ਮੇਰੀ ਪੀਆਰਓਸ਼ਿਪ ਨਹੀਂ ਹੈ ਆਪਣੇ ਆਪ ਨੂੰ ਨਾ, ਉਹ ਆਇਆ ਹੀ ਨਹੀਂ ਹੈ ਮੈਨੂੰ ਕਦੇ। ਪਰ ਕਹਿੰਦੇ ਵੀ ਤੁਹਾਡਾ ਥੋੜ੍ਹਾ ਜਿਹਾ ਕੋਰਾਪਨ ਵੀ ਤੁਹਾਨੂੰ ਲੋਕਾਂ ਤੋਂ ਦੂਰ ਲੈ ਕੇ ਗਿਆ, ਕਿਉਂਕਿ ਜਦੋਂ ਕੋਈ ਗਾਇਕ ਉਸ ਟਾਈਮ ਦਾ ਬੜਾ ਮਸ਼ਹੂਰ ਹੁੰਦਾ ਸੀ, ਤੁਹਾਡੇ ਕੋਲੋਂ ਗੀਤ ਲੈਣ ਆਉਂਦਾ ਸੀ, ਕਿ ਤੁਸੀਂ ਕਹਿ ਦਿੰਦੇ ਸੀ ਪਹਿਲਾਂ ਗਾ ਕੇ ਸੁਣਾਓ। ਜੇ ਤੁਹਾਨੂੰ ਨਹੀਂ ਜੱਚਦਾ ਸੀ ਤਾਂ ਤੁਸੀਂ ਮਨਾ ਕਰ ਦਿੰਦੇ ਸੀ। ਸਾਰਿਆਂ ਨੂੰ ਲੱਗਦਾ ਸੀ ਕਿ ਪਵਨ ਬੜਾ ਰੁੱਖਾ ਨਹੀਂ। ਦੇਖੋ ਹੁਣ ਮੈਂ ਕੰਪੋਜੀਸ਼ਨ ਬਣਾਉਣਾ, ਜਿਵੇਂ ਆਟਾ ਬੁੜ ਗਿਆ, ਕੰਪੋਜੀਸ਼ਨ ਬਣਾਈ ਜਾਂਦੇ। ਹੁਣ ਕੰਪੋਜੀਸ਼ਨ ਬਣਾਈ, ਉਹਦੀ ਤੁਸੀਂ ਲੈ ਜਾਓ, ਗਾ ਕੇ ਦਿਖਾ ਦਿਓ ਬਸ ਮਾੜਾ ਜਿਹਾ, ਵੀ ਅਸੀਂ ਕੰਪੋਜੀਸ਼ਨ ਗਾਉਂਗੇ। ਹੁਣ ਉਹ ਕਹਿੰਦੇ ਮੈਂ ਦਿੱਲੀ ਜਾਣਾ, ਮਿਊਜ਼ਿਕ ਡਾਇਰੈਕਟਰ ਨੇ ਉਹ ਕੰਪੋਜੀਸ਼ਨ ਕਰਨਗੇ, ਮੈਂ ਕੀ ਕਰੂੰਗਾ। ਤਾਂ ਇਹ ਤਾਂ ਰਹਿਣੀ ਕੱਖ ਨਹੀਂ, ਤਾਂ ਹੈ ਹੀ ਕੰਪੋਜੀਸ਼ਨ ਨਾਲ ਗੀਤ ਖੜ੍ਹਾ ਹੈ, ਇਸੇ ਕੰਪੋਜੀਸ਼ਨ ਖੜ੍ਹਾ, ਤੁਸੀਂ ਇਹ ਕੰਪੋਜੀਸ਼ਨ ਗਾ ਲਓ। ਅਤੇ ਉਹ ਚੰਗੀ ਕੁੜੀ ਸੀ, ਚੰਗੀ ਨਾਮੀ ਕੁੜੀ ਸੀ। ਸਾਡੇ ਘਰਾਂ 'ਚੋਂ ਮੇਰੇ ਦੋਸਤ ਦੀ ਸਿਸਟਰ ਸੀ। ਉਦੋਂ ਸਾਡੇ ਘਰ ਚਾਹ ਪਾਣੀ ਵਰਤਾਉਣਾ ਉਹਨੇ, ਫਿਰ ਬਾਅਦ ਚੰਗੀ ਸਿੰਗਰ ਬਣ ਗਈ ਉਹ। ਅਤੇ ਮੈਂ ਕਿਹਾ ਤੁਸੀਂ ਮੇਰਾ ਹੋਰ ਕੋਈ ਗੀਤ ਗਾ ਲਓ, ਰਹਿਣ ਦੇ। ਹਾਂ ਪਰ ਕੀ ਕਰੀਏ, ਮੇਰੀ ਚੀਜ਼ਾਂ ਦੀ ਮਜਬੂਰੀ ਹੈ, ਮੈਨੂੰ ਹੈ ਨਹੀਂ ਕੋਈ। ਬਸ ਜੇ ਕੋਈ ਗਾ ਸਕਦਾ ਗਾ ਵੀ ਲਵੇ, ਫਿਰ ਉਹ ਆ ਕੇ ਮੰਗੇ। ਫਿਰ ਜਾਂ ਤਾਂ ਜੇ ਬੜਾ ਹੈ ਉਹ ਗਾ ਸਕਦਾ ਹੈ, ਪਰ ਮੇਰੇ ਤੋਂ ਲਵੇ ਆ ਕੇ। ਐ ਨਹੀਂ ਕਿ ਮੈਂ ਉੱਥੇ ਖੜ੍ਹਾ ਹੂੰ ਲਾਈਨ 'ਚ ਲੱਗਿਆ, ਮੈਂ ਕੋਈ ਰਾਈਟਰ ਨਹੀਂ ਹਾਂ। ਅਤੇ ਕਿਉਂਕਿ ਮੈਂ ਤਾਂ ਜਿਹਨਾਂ ਨੂੰ ਪੈਸੇ ਦੇ ਦੇ ਕੇ ਜਲੰਧਰ ਤੁਰਿਆ ਹੋਇਆ, ਜੇ ਉਹ ਸਟਾਰ ਬਣ ਜਾਣ, ਮੈਂ ਕੀ ਕਰੂੰਗਾ, ਕੀ ਕਰਾਂ ਮੈਂ। ਜਿਹਨੇ ਕਿਰਾਏ ਦੇ ਦੇ ਕੇ ਮੈਂ ਦਿੱਲੀ ਤੋਂ ਰਹਿੰਦਾ, ਉੱਥੇ ਤੋਂ ਪਾਪਾ ਹਿੱਟ ਹੋ ਗਏ, ਕਿਆ ਕਰਾਂ ਫਿਰ ਮੈਂ ਉਹਨਾਂ ਦੀ। ਮੈਂ ਕਿਵੇਂ ਮੂਹਰੇ ਲਾਈਨ 'ਚ ਖੜ੍ਹ ਜਾਵਾਂ ਗੀਤ ਲੈ ਕੇ। ਬਿਲਕੁਲ, ਹਾਂ। ਆਹ ਪ੍ਰੋਬਲਮ ਹੈ। ਮਾਂ ਦੀ ਬੜੀ ਦੂਰ ਤੱਕ ਪਿੱਛਾ ਕਰਦੀ ਮਾਂ ਦੀ ਲੋਰੀ, ਇਹ ਗੀਤ ਸਾਨੂੰ ਜ਼ਰੂਰ ਸੁਣਾ ਦਿਓ ਤੁਸੀਂ। ਅੱਜ ਉਹ ਕਈ ਚੀਜ਼ਾਂ ਸੋਚ ਕੇ ਆਏ ਉਹ ਵਿੱਚ ਰਹਿ ਗਈਆਂ। ਉਹ ਮਾਹੌਲ ਸਾਹਿਤਕ ਮਾਹੌਲ, ਖੈਰ ਇਹ ਵੀ ਸਾਹਿਤਕ ਹੀ ਹੈ, ਮੇਰਾ ਹੀ ਸਮਾਨ ਹੈ, ਤਾਂ ਕੋਈ ਗੱਲ ਨਹੀਂ। ਪਰ ਇੱਕ 27 ਸੁਣਾਊਂਗਾ ਮੈਂ। 27 ਤੋਂ ਪਹਿਲਾਂ ਲੈਣਾ, ਇੰਨੀ ਬਹੁਤ ਹੈ ਨਾ, ਕਿਉਂਕਿ ਉਹ ਵੀ ਕਾਫੀ ਲੰਬੀ ਹੋ ਜਾਣੀ ਹੈ। ਮਾਏ ਨੀ ਤੇਰੇ ਹੱਡ ਦੁਖਦੇ, ਮਾਏ ਨੀ ਤੇਰੇ ਹੱਡ ਦੁਖਦੇ, ਤੇ ਮੂੰਹ ਆਖੇ ਹੈ ਮੇਰੀ ਮਾਂ, ਏਦਾਂ ਤੈਨੂੰ ਕੀ ਮਿਲ ਜਾਂਦਾ, ਇਹ ਮੈਨੂੰ ਸਮਝ ਨਾ ਆਏ ਮੇਰੀ ਮਾਂ।
ਸਾਰਾ ਪੇਤ ਹੀ ਨੰਗਾ ਹੋ ਗਿਆ ਜਦ ਇਹ ਕੰਡਾ ਮੇਰੇ ਖੁਬਿਆ। ਇੱਕ ਹੱਥ ਦਿਲ ਤੇ ਇੱਕ ਮੰਜੀ, ਇੱਕ ਹੱਥ ਦਿਲ ਤੇ ਇੱਕ ਅੱਡੀ ਵੱਲ ਮੂੰਹ ਨਿਕਲਿਆ। ਹਾਏ ਮੇਰੀ ਮਾਂ, ਮੇਰੀ ਮਾਂ, ਮੇਰੀ ਮਾਂ, ਮੇਰੀ ਮਾਂ, ਮੇਰੀ ਮਾਂ। ਇੱਕ ਦਿਨ ਮੈਂ ਮਾਂ ਨੂੰ ਕਿਹਾ ਨੀ ਮਾਂ ਤੇਰੀ ਮਾਂ ਕਿਹੋ ਜਿਹੀ ਸੀ। ਇੱਕ ਦਿਨ ਮੈਂ ਮਾਂ ਨੂੰ ਕਿਹਾ ਨੀ ਮਾਂ ਤੇਰੀ ਮਾਂ ਕਿਹੋ ਜਿਹੀ ਸੀ। ਮਾਂ ਆਪਣੇ ਵੱਲ ਉਂਗਲੀ ਕਰਕੇ ਹੱਸ ਕੇ ਬੋਲੀ ਇਹੋ ਜਿਹੀ ਸੀ। ਉਦੋਂ ਮੁੱਲ ਦਾ ਲੱਗਦਾ ਪਤਾ, ਉਦੋਂ ਮੁੱਲ ਦਾ ਲੱਗਦਾ ਪਤਾ ਜਦ ਚੀਜ਼ ਹੋ ਜਾਵੇ ਚੋਰੀ। ਬਹੁਤ ਦੂਰ ਤੱਕ ਪਿੱਛਾ ਕਰਦੀ ਏ ਮਾਂ ਦੀ ਲੋਰੀ। ਬਹੁਤ ਦੂਰ ਤੱਕ ਪਿੱਛਾ ਕਰਦੀ ਏ ਮਾਂ ਦੀ ਲੋਰੀ। ਓ ਓ ਬਹੁਤ ਮਿਹਰਬਾਨੀ। ਇੱਕ ਹੁਣ ਜਿਹੜਾ ਤੁਸੀਂ ਸੋਚ ਕੇ ਆਏ ਸੀਗੇ ਉਹਦੇ ਵਿੱਚੋਂ ਕੁਝ ਸਾਨੂੰ ਜ਼ਰੂਰ ਸੁਣਾ ਦਿਓ, ਕਿਉਂਕਿ ਮੈਂ ਜਿੰਨੇ ਗੀਤ ਤਕਰੀਬਨ ਤੁਹਾਡੇ ਸਾਰਿਆਂ ਦੇ ਜ਼ਿਕਰ ਸੁਣਿਆ ਉਹ ਅਸੀਂ ਸਾਰੇ ਸੁਣੇ, ਪਰ ਤੁਸੀਂ ਕੁਝ ਹੋਰ ਵੀ ਲੈ ਕੇ ਆਏ ਸੀਗੇ। ਲੈ ਕੇ ਤਾਂ ਬਹੁਤ ਕੁਛ ਆਇਆ ਮੈਂ, ਹੁਣ ਆਪਾਂ ਨੂੰ ਪਤਾ ਨਹੀਂ ਕਿੰਨਾ ਗਾਉਣਾ ਕਿੰਨਾ ਨਹੀਂ ਗਾਉਣਾ, ਪਰ ਲੈ ਕੇ ਤਾਂ ਬੜਾ ਕੁਛ ਆਇਆ। ਚਲੋ ਨਜ਼ਮ ਹੈ। ਹੁਣ ਜੇ ਮਹਿਫਲ ਹੁੰਦੀ ਹੈ ਤਾਂ ਪਹਿਲਾਂ ਰਿਦਮ ਨਾਲ ਹੁੰਦਾ ਤੇ ਫਿਰ ਮਿਊਜ਼ੀਕਲੀ ਦਿਖਾਉਣਾ ਹੁੰਦਾ ਥੋੜ੍ਹਾ ਜਿਹਾ ਕਿ ਤੇਰੇ ਖਤ ਨੂੰ ਰੋਮਾਂਟਿਕ ਹੋ ਕੇ ਕਿਵੇਂ ਕਹਿਣਾ ਹੈ ਤੇ ਉੱਦਾਂ ਹੋ ਕੇ ਕਿਵੇਂ ਕਹਿਣਾ ਹੈ। ਉਹ ਚੀਜ਼ਾਂ ਮਿਸ ਹੋਣਗੀਆਂ, ਬਾਕੀ ਪੋਇਟਰੀ ਤਾਂ ਹੈ। ਜਦ ਤੇਰੇ ਖਤ ਮੈਨੂੰ ਪਏ ਸਾੜਨੇ, ਜਦ ਤੇਰੇ ਖਤ ਮੈਨੂੰ ਪਏ ਸਾੜਨੇ, ਜਦ ਮੈਂ ਤੱਕਿਆ ਕਿ ਰਾਖ ਬਹਾ ਨਾ ਸਕੂੰ, ਜਦ ਤੇਰੇ ਖਤ ਮੈਨੂੰ ਪਏ ਸਾੜਨੇ, ਜਦ ਮੈਂ ਤੱਕਿਆ ਕਿ ਰਾਖ ਬਹਾ ਨਾ ਸਕੂੰ। ਭਰ ਕੇ ਬੋਤਲ ਰੱਖੀ ਸਾਹਮਣੇ ਕੰਸ ਤੇ, ਕੋਈ ਦੇਖੇ ਤਾਂ ਸਵਾ ਹੈ ਮੈਂ ਦੇਖਾਂ ਤਾਂ ਤੂੰ। ਤੇਰੇ ਖਤ ਤੇਰੇ ਖਤ ਤੇਰੇ ਖਤ ਤੇਰੇ ਖਤ ਤੇਰੇ ਖਤ ਤੇਰੇ ਖਤ। ਕੁਝ ਅੱਖਰਾਂ ਦੇ ਕਰਮਾਂ 'ਚ ਲਿਖਿਆ ਹੈ ਹੁੰਦਾ, ਜੇ ਸਾਬਤ ਰਹਿਣ ਬੇਸ਼ਗਨੇ ਰਹਿਣ। ਕੁਝ ਚਾਹ ਰਹਿਣ ਸਾਰੀ ਉਮਰ ਬੇਵਜੂਦ, ਪਾਰੇ ਦੀ ਸ਼ਕਲ ਵਿੱਚ ਤੜਫੇ ਰਹਿਣ। ਚੰਦ ਅੱਖਰਾਂ ਨੂੰ ਵੀ ਹੈ ਕਿਉਂ ਜੂਣਾ ਕਠਿਨ, ਜਿਉਂਦੇ ਬੰਦਿਆਂ ਦੇ ਖਤ ਕਿਉਂ ਚਿਤਾ 'ਚ ਸੜਨ। ਇੰਜ ਤੇ ਹਰ ਇੱਕ ਦੀ ਚਿੱਠੀ ਸੜੀ ਹੋਊਗੀ, ਇੰਜ ਤੇ ਹਰ ਇੱਕ ਦੀ ਚਿੱਠੀ ਸੜੀ ਹੋਊਗੀ। ਫਿਰ ਤਾਂ ਘਰ ਘਰ ਵਿੱਚ ਇੱਕ ਮੜੀ ਹੋਊਗੀ, ਫਿਰ ਤਾਂ ਘਰ ਘਰ ਵਿੱਚ ਇੱਕ ਮੜੀ ਹੋਊਗੀ।
तेरे खत तेरे खत तेरे खत तेरे खत तेरे खत तेरे। ਬਹੁਤ ਮਿਹਰਬਾਨੀ। ਤੁਸੀਂ ਜਸਵੰਤ ਜ਼ਫਰ ਉਹਨਾਂ ਦੇ ਵਿਆਹ ਤੇ ਵੀ ਗਾਇਆ ਸੀਗਾ। ਹਾਂ, ਵਿਆਹਾਂ ਦੇ ਤੁਸੀਂ ਕੀ ਗਾਉਂਦੇ ਹੁੰਦੇ ਸੀ? ਵਿਆਹ ਤੇ ਬੜਾ ਕੁਛ ਗਾ ਸੀ। ਹੁਣ ਉਹ ਬਿਲਕੁਲ ਕਾਮੇਡੀ ਪੱਖ ਮੇਰਾ ਹੋਰ ਆ ਇੱਕ, ਕਿਆ ਕਰੀਏ ਹੁਣ ਆਉਂਦਾ ਤਾਂ ਹੈ ਵਿਆਹ ਤੇ। ਵੈਸੇ ਤਾਂ ਫੋਕ ਗੀਤ ਜਾਂ ਕੋਈ ਕੁਛ ਵੀ ਕਿੰਨੇ ਹੀ ਕੁਛ ਆ, ਉਹ ਸ਼ੁਰੂ ਹੋ ਗਿਆ ਤੇ ਫਿਰ ਹੋਰ ਹੀ ਕੁਛ ਇੱਕਦਮ ਸ਼ੁਰੂ ਹੋ ਜਾਏਗਾ ਸਾਰੇ। ਇੱਕ ਇੰਟਰਵਿਊ ਹੋਰ ਵੱਜ ਜਾਏਗੀ ਫਿਰ। ਫਿਰ ਵੀ ਮੈਂ ਇੱਕ ਵਿਆਹ ਸ਼ਾਦੀ ਵਾਲਾ ਗੀਤ ਸੁਣਦਾ। ਵਿਆਹਾਂ 'ਤੇ ਇਹ ਗੀਤ ਬਹੁਤ ਚੱਲਦਾ ਰਿਹਾ, ਬੜਾ ਇਹ ਸਾਹਮਣੇ ਦੂल्हा ਬੈਠਾ, ਦੁਲਹਨ ਬੈਠੀ ਹੈ, ਉਹ ਮਜ਼ਾਕ 'ਚ ਕਿਉਂਕਿ ਕਾਮੇਡੀ ਨਾਲ ਹਾਸ ਰਸ ਪਾਲੀ ਦਾ ਹੁੰਦਾ ਹੈ। ਤੋ ਵਿਆਹ ਸ਼ਾਦੀ ਸੌਰੀ ਬੜੀ ਪੁੱਠੀ ਸ਼ੈ ਹੁੰਦੀ ਹੈ, ਅੱਗੇ ਨਾਲ ਕੋਰਸ ਆਉਂਦਾ ਹੈ। ਵਿਆਹ ਸ਼ਾਦੀ ਸੌਰੀ ਬੜੀ ਪੁੱਠੀ ਸ਼ੈ ਹੁੰਦੀ ਹੈ, ਅੱਧੀ ਗਹਿਣੇ ਹੁੰਦੀ ਹੈ ਤੇ ਬਾਕੀ ਬੈ ਹੁੰਦੀ ਹੈ। ਵਿਆਹ ਹੋਇਆ ਮੇਰੇ ਬਾਬਲਾ ਜਦ ਬੋਲ ਕੇ ਨਾ ਵਿੱਚ ਆ ਜਾਂਦਾ, ਬੰਦਾ ਤਾਂ ਬੰਦਾ ਬਣ ਜਾਏ ਬੰਦੇ ਦਾ ਪੁੱਤ ਬਣਾ ਦਿੰਦਾ। ਵਿਆਹ ਸ਼ਾਦੀ ਸੌਰੀ ਬੜੀ ਪੁੱਠੀ ਸ਼ੈ ਹੁੰਦੀ ਹੈ, ਵਿਆਹ ਸ਼ਾਦੀ ਸੌਰੀ ਬੜੀ ਪੁੱਠੀ ਸ਼ੈ ਹੁੰਦੀ ਹੈ। ਉਦਣ ਤੋਂ ਇੱਕ ਹੋਰ ਨਵੀਂ ਖਰਾਬੀ ਆ ਜਾਂਦੀ, ਉਹ ਕਿਵੇਂ ਕਮਲਜੀਤ ਹੁੰਦਾ ਨਾਲ ਖੜਾ, ਉਹਨੂੰ ਕਿੱਦਣ ਤੋਂ ਬਈ ਉਦਣ ਤੋਂ ਐ ਹੁੰਦਾ। ਉਦਣ ਤੋਂ ਇੱਕ ਹੋਰ ਨਵੀਂ ਖਰਾਬੀ ਆ ਜਾਂਦੀ, ਘਰ ਵਾਲੀ ਦੇ ਹੱਥ 'ਚ ਜਿੱਦਣ ਚਾਬੀ ਆ ਜਾਂਦੀ। ਇਹ ਚਾਬੀ ਲੱਗਦੀ ਹੈ ਜੰਦੇ ਦੇ ਕਦੀ ਬੰਦੇ ਦੇ, ਜਿਉਂਦਾ ਨਾ ਮਰਦਾ ਸਦਕੇ ਰੇਸ਼ਮ ਦੇ ਫੰਦੇ ਦੇ। ਮੋਤੀ ਚੂਰ ਦਾ ਲੱਡੂ ਕੋਈ ਦੱਸੇ ਬਈ ਕਿਹਾ ਹੁੰਦਾ, ਬੰਦਾ ਤਾਂ ਬੰਦਾ ਬਣ ਜਾਏ ਬੰਦੇ ਦਾ ਪੁੱਤ ਬਣਾ ਦਿੰਦਾ। ਵਿਆਹ ਸ਼ਾਦੀ ਸੌਰੀ ਬੜੀ ਪੁੱਠੀ ਸ਼ੈ ਹੁੰਦੀ ਹੈ। ਜੋਲੀ ਗੀਤ ਨੇ ਬਹੁਤ ਮਿਹਰਬਾਨੀ। ਜੋਲੀ ਗੀਤਾਂ ਦਾ ਇੱਕ ਅਲੱਗ, ਕਿਉਂਕਿ 9 ਰਸ ਨੇ ਤੇ ਰਸ ਤਾਂ ਸਾਰੇ ਇਮਾਨਦਾਰੀ ਨਾਲ ਹੋਣੇ ਚਾਹੀਦੇ ਨੇ। ਜੇ ਕਾਮੇਡੀ ਹੈ ਜਾਂ ਹਾਸ ਰਸ ਹੈ ਤਾਂ ਹਾਸ ਰਸ ਨੂੰ ਫਿਰ ਉੱਦਾਂ ਹੀ ਸ਼ੁਰੂ ਹੋਣਾ ਚਾਹੀਦਾ, ਐਂਡ ਤੱਕ ਖਿਲਿਆ ਰਹੇ ਬੰਦਾ। ਕਰੁਣਾ ਰਸ ਹੈ, ਹੋਰ ਰੋਮਾਂਸ ਹੈ, ਰੋਮਾਂਸ ਹੈ, ਇਹਦੇ ਬੜਾ ਪੰਜਾਬ ਖਰਾਬ ਕਰਿਆ। ਲੋਕ ਨਾ ਰੋਮਾਂਸ ਟੱਪ ਕੇ ਉਹ ਮਹੀਨ ਜਾਂ ਪਰਦਾ ਐ ਜੰਪ ਮਾਰ ਕੇ ਜਾਂਦੇ, ਉਹਦਾ ਨਾਲ ਹੀ ਲੱਚਰ ਖੜਾ ਹੈ, ਨਾਲ ਹੀ ਲੱਚਰ ਖੜਾ ਹੈ, ਰੋਮਾਂਸ ਦੇ ਨਾਲ ਲੱਚਰ ਖੜਾ ਹੈ। ਰੋਮਾਂਸ ਤਾਂ ਇੰਨਾ ਖੂਬਸੂਰਤ ਹੈ, ਪਰ ਉਹ 9 ਰਸਾਂ 'ਚ ਮੇਨ ਰਸ ਹੈ ਉਹ। ਠੀਕ ਹੈ, ਤੁਸੀਂ ਉਹ ਲੱਚਰ ਵਾਲੇ ਪਾਸੇ ਚਲੇ ਜਾਂਦੇ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਅਸੀਂ ਉਹ ਖਿੱਤੇ ਚਲੇ ਗਏ। ਨਗੇਜ ਦਾ ਨਹੀਂ ਪਤਾ ਲੱਗਦਾ, ਨਗੇਜ ਕਿੱਥੋਂ ਆ ਗਿਆ। ਹੁਣ ਮਹਾਤਮਾ ਬੁੱਧ ਜੀ ਨਾਲ ਹੋਏ ਨੇ, ਜੈਨ ਮੁਨੀ ਹੋਏ ਨੇ, ਐਡੇ ਤੀਰਥੰਕਰ ਹੋਏ ਨੇ, ਨੰਗੇ ਉੱਠ ਖੜੇ, ਉਹਨਾਂ ਦਾ ਨਗੇਜ ਵੀ ਟਕਿਆ ਹੋਇਆ ਸੀ। ਨਹੀਂ ਉਹਨਾਂ ਦੀ ਰੀਸਾਂ ਥੋੜ੍ਹੇ ਕਰਾਂਗੇ ਆਪਾਂ, ਢਕੇ ਹੋਏ ਨਗੇਜ ਵੀ ਹੁੰਦੇ ਨੇ, ਕੱਪੜੇ ਦੇ ਅੰਦਰ ਵੀ ਨੰਗੇ ਫਿਰਦੇ ਲੋਕ। ਬੜੀ ਮਿਹਰਬਾਨੀ, ਤੁਸੀਂ ਸਾਡੇ ਲਈ ਸਮਾਂ ਕੱਢਿਆ ਤੇ ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਾਂ ਕਿ ਸਾਨੂੰ ਤੁਹਾਡੀ ਸੰਗਤ ਮਿਲੀ। ਖੁਦ ਹੀ ਮੋਟੀ ਜਿਹੀ ਗੱਲ ਮੈਂ ਦੱਸਾਂ ਕਿ ਜਦੋਂ ਮੈਨੂੰ ਪਤਾ ਲੱਗਿਆ, ਮੈਂ ਤੁਹਾਡਾ ਦੇਖਿਆ ਵਿਸ਼ਵ ਸੋਸ਼ਲ ਖੋਲ੍ਹ ਕੇ, ਮੈਂ ਕਿਹਾ ਵੀ ਇਹ ਕੁੜੀ ਬਹੁਤ ਔਖਾ ਕਰੂਗੀ, ਇਹਨੂੰ ਇੰਟਰਵਿਊ ਦੇਣੀ ਬੜੀ ਔਖੀ ਆ। ਪਰ ਮੈਨੂੰ ਪਤਾ ਵੀ ਨਹੀਂ ਲੱਗਿਆ ਗੱਲਾਂ ਕਿੱਧਰ ਕਿੱਧਰ ਕਿਵੇਂ ਲੰਘ ਗਈਆਂ। ਇਹ ਮੈਨੂੰ ਲੱਗਦਾ ਹੀ ਨਹੀਂ ਕਿ ਪੂਰੀ ਇੰਟਰਵਿਊ ਖਤਮ ਹੋ ਚੁੱਕੀ, ਅੱਧੀ ਕੁ ਰਹਿੰਦੀ ਹਾਲੇ ਹੈ। ਨਹੀਂ ਮਤਲਬ ਮੈਂ ਕਹਿਣ ਤੇ ਇਹ ਤੁਹਾਡੀ ਇੱਕ ਚੱਲਣ ਹੈ। ਮੈਂ ਬਹੁਤ ਘੱਟ ਇੰਟਰਵਿਊ ਲੈਣ ਵਾਲੇ ਜਿਹੜੇ ਨੇ ਸੂਝਵਾਨ ਹੁੰਦੇ ਨੇ, ਕਿਉਂਕਿ ਨਹੀਂ ਕਈ ਤਾਂ ਉਮਰਾਂ ਲੰਘ ਕੇ ਕਿੱਥੋਂ ਸਿੱਖ ਕੇ ਆਈਏ, ਉਹ ਚਲੋ ਜਿੰਨਾ ਜ਼ਰੂਰੀ ਉਹ ਸਿੱਖ ਲਿਆ, ਉਹ ਤਾਂ ਬਸ ਜੰਪ ਓਵਰ ਹੋ ਕੇ ਅਸਲੀ ਗੱਲਾਂ ਵੱਲ ਚਲੇ ਗਏ। ਤੋ ਅਗਰ ਤੁਹਾਡਾ ਫਿਰ ਦੁਬਾਰਾ ਉਹ ਗੱਲ, ਤੁਸੀਂ ਇੱਥੇ ਨਹੀਂ ਖੜੋਗੇ, ਤੁਸੀਂ ਕੁਝ ਹੋਰ ਕਰੋਗੇ, ਮੈਨੂੰ ਪਤਾ। ਮੈਂ ਹੁਣ ਤੁਹਾਡੀ ਦੇਖਿਆ ਕਰੂੰਗਾ, ਮੈਨੂੰ ਕੁਛ ਮਿਲਦਾ ਉਹ 'ਚੋਂ ਅੱਛਾ ਲੱਗਿਆ ਮੈਨੂੰ। ਇੱਕ ਇਸ ਇੰਟਰਵਿਊ ਨੇ ਮੈਨੂੰ
ਕੁਝ ਹੋਰ ਕਰ ਲੈਣਾ ਤੇ ਕਈ ਬੰਦਿਆਂ ਦੇ ਹੋਰਨਾਂ ਦੇ ਰਾਹ ਖੋਲ੍ਹਤੇ ਇੰਟਰਵਿਊ ਕਿਵੇਂ ਲਈਦੀ ਹੈ, ਮੈਨੂੰ ਕਿਵੇਂ ਮਿਲਣਾ ਹੈ, ਇਹ ਤੁਹਾਡੀ ਇੰਟਰਵਿਊ ਬਾਅਦ ਸ਼ੁਰੂ ਹੋਣਾ ਜੀ। ਹਾਂ, ਬਹੁਤ ਵੱਡੀ ਗੱਲ ਹੈ ਤੇ ਯਕੀਨਨ ਮੈਂ ਤੁਹਾਨੂੰ ਦੁਬਾਰਾ ਆਪ ਬੁਲਾਊਂਗਾ ਇੰਟਰਵਿਊ ਕਰਨ ਵੀ ਹੁਣ ਕਰੋ। ਨਹੀਂ ਬਿਲਕੁਲ, ਅਸੀਂ ਤਾਂ ਭੱਜੇ ਆਵਾਂਗੇ। ਕਿਆ ਬਾਤ ਹੈ, ਬਹੁਤ ਮਿਹਰਬਾਨੀ ਸਰ। ਤੇ ਤੁਸੀਂ ਗਾਉਂਦੇ ਰਹੋ ਅਤੇ ਜੋ ਅੱਗੇ ਨਵੀਂ ਪੀੜ੍ਹੀ ਆ ਰਹੀ ਹੈ, ਕਿਉਂਕਿ ਤੁਸੀਂ ਮਿਊਜ਼ਿਕ ਸਕੂਲ ਵੀ ਚਲਾ ਰਹੇ ਹੋ, ਹਾਂ। ਚੱਲ ਰਿਹਾ ਸਕੂਲ ਅਕੈਡਮੀ ਹੈ, ਫ੍ਰੀ ਆਫ ਕਾਸਟ ਹੈ ਜੀ। ਉਹਦੀ ਕੀਮਤ ਇਹੀ ਹੈ ਕਿ ਤੁਸੀਂ ਮੈਨੂੰ ਕੁਛ ਸਿੱਖੋ, ਸਿੱਖ ਕੇ ਮੈਨੂੰ ਕੱਲ੍ਹ ਨੂੰ ਸੁਣਾ ਦਿਓ ਕੀ ਸਿੱਖਿਆ। ਜਿਹੜਾ ਨਹੀਂ ਕਰਦਾ ਫਿਰ ਮੇਰੇ ਬੱਚੇ ਬਹੁਤ ਥੋੜ੍ਹੇ ਹੁੰਦੇ ਨੇ, ਪਰ ਆ ਕੇ ਸੁਣ ਕੇ ਦੇਖੋ ਉਹਨੂੰ ਜੋ ਕੰਮ ਮੈਂ ਨਹੀਂ ਕਰਿਆ ਉਹਨਾਂ ਨੂੰ ਕਰਾ ਦਿਆਂ, ਉਹ ਤਾਨਾ ਮਾਰਦੇ ਨੇ, ਤੂੰ ਦਿਖਾਓ ਤਾਂ ਮੈਨੂੰ ਚੰਡੀਗੜ੍ਹ ਆ ਕੇ ਕੁਛ ਬੰਦੇ ਉਹਨਾਂ ਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂ ਕਿਵੇਂ ਕਿਵੇਂ ਤਾਨ ਤਿਆਰ ਹੁੰਦੀ ਹੈ। ਹੁਣ ਤਾਂ ਮੀਟ ਤੋਂ ਬਿਨਾਂ ਤਾਨ ਨਹੀਂ ਤਿਆਰ ਹੁੰਦੀ। ਮੀਟ ਕੀ ਹੁੰਦਾ, ਇਹ ਕੰਮ ਸਾਨੂੰ ਕਰਨ ਦੇ ਮੌਕੇ ਨਹੀਂ ਮਿਲੇ, ਨਾ ਸਾਨੂੰ ਲੋੜ ਪਈ ਹੈ, ਲੇਕਿਨ ਸਿੱਖਿਆ ਤਾਂ ਗੁਰੂ ਤੋਂ ਦੇਣਾ ਹੈ ਨਾ, ਉਹ ਤਾਂ ਗਾਹਾਂ ਦੇਣਾ ਹੈ ਨਾ, ਫਿਰ ਉਹ ਫਿਰ ਕਰ ਰਹੇ ਨੇ ਉਹ। ਬਿਲਕੁਲ। ਤੇ ਆਪਣੇ ਇਸ ਸਕੂਲ ਦੇ ਜ਼ਰੀਏ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਸਿਖਾਉਂਦੇ ਰਹੋ। ਬਹੁਤ ਮਿਹਰਬਾਨੀ, ਸ਼ੁਕਰੀਆ ਸਾਨੂੰ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ੁਰੂ ਤੋਂ ਹੁਣ ਤੱਕ ਦੇਖ ਲਿਆ, ਜਿਹਦੇ ਵਿਚਾਲੇ ਛੱਡ ਗਏ ਉਹਨਾਂ ਦਾ ਵੀ ਧੰਨਵਾਦ। ਜਿਉਂਦੇ ਰਹੋ ਭਾਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਤਿ ਸ਼੍ਰੀ ਅਕਾਲ।